ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਇੱਥੋਂ ਹੋਰ ਕਿੰਨੇ ਸਰੂਪ ਹੈ। ਕਈਆਂ ਨੇ ਜਾਂਚ ਵਿੱਚ ਇਹ ਵੀ ਜ਼ਿਕਰ ਕੀਤਾ ਹੈ ਕਿ ਹਜ਼ਾਰਾਂ ਦੀ ਗਿਣਤੀ 'ਚ ਹੈ। ਰੱਬ ਜਾਣੇ ਕੀ ਹੈ, ਸੱਚ ਹੈ ਕਿ ਝੂਠ ਹੈ, ਪਰ ਇਹ ਕੋਈ ਸੱਚਾਈ ਕੌਮ ਦੇ ਸਾਹਮਣੇ ਰੱਖਣ ਲਈ ਤਿਆਰ ਨਹੀਂ ਗੇ। ਆਪਾਂ ਡਰੋਪ ਟੈਸਟ ਕਰਾ ਲੈਂਦੇ ਆ। 7 ਬੰਦੇ ਤੁਹਾਡੇ ਅਸੀਂ ਲਾਂਗੇ, 7 ਸਾਡੇ ਲੈ ਲਓ। ਜਿਹੜੇ ਬੰਦੇ ਦਾ ਨਿਕਲ ਆਇਆ ਨਸ਼ਾ ਨਿਕਲ ਆਇਆ ਡਰੋਪ ਟੈਸਟ ਦੇ ਵਿੱਚ, ਉਸ ਬੰਦੇ ਦੀ ਮੌਕੇ ਤੇ ਧੌਣ ਲਾਈ ਜਾਵੇ। ਇਹ ਸਰਦਾਰ ਟੌੜਾ ਸਾਹਿਬ ਨੂੰ ਵੀ ਕਾਂਗਰਸੀ ਕਹਿੰਦੇ ਰਹੇ, ਇਹ ਤਲਵੰਡੀ ਸਾਹਿਬ ਨੂੰ ਵੀ ਕਾਂਗਰਸੀ ਕਹਿੰਦੇ ਰਹੇ, ਇਹਨਾਂ ਮੋਹਨ ਸਿੰਘ ਧੁੱੜ ਨੂੰ ਵੀ ਕਿਹਾ, ਇਹਨਾਂ ਸੰਤ ਫਤਿਹ ਸਿੰਘ ਨੂੰ, ਮਾਸਟਰ ਤਾਰਾ ਸਿੰਘ ਨੂੰ ਵੀ ਕਾਂਗਰਸੀ ਕਿਹਾ। ਇਹਨਾਂ ਲੋਕਾਂ ਨੇ ਤਾਂ ਸੰਤ ਜਰਨੈਲ ਸਿੰਘ ਨੂੰ ਨਹੀਂ ਛੱਡਿਆ, ਉਹਨੂੰ ਵੀ ਕਹਿ ਦਿੱਤਾ ਜਿਹੜਾ ਆਪਣਾ ਕੌਮ ਵਾਸਤੇ ਸਭ ਕੁਝ ਵਾਰ ਗਿਆ। ਇਹਨਾਂ ਲੋਕਾਂ ਦੇ ਜਿਹੜਾ ਕਾਂਗਰਸ ਵਾਲਾ ਸ਼ਬਦ ਹੈ ਇਹਦਾ ਕੋਈ ਮੈਣਾ ਨਹੀਂ। ਭਾਈ ਸਾਹਿਬ ਇਹ ਕਲੀਅਰ ਆ, ਇਹਨਾਂ ਦੇ ਸਾਡੀ ਗੱਲ ਹੀ ਰਹਿਣ ਦਿਓ। ਅਸੀਂ ਕਹਿੰਦੇ ਵੀ ਅਸੀਂ ਝੂਠੇ ਆ, ਸਾਡੀ ਗੱਲ ਰਹਿਣ ਦਿਓ। ਇਹਨਾਂ ਦੇ ਕੈਮਰੇ ਕੱਢ ਲਓ। ਵੇਖੋ ਅਸੀਂ ਸ਼ੁਰੂ ਵਾਲੇ ਦਿਨ ਤੋਂ ਹੀ ਤੇ ਐਂਡ ਵਾਲੇ ਦਿਨ ਤੱਕ ਕਹਿੰਦੇ ਰਹੇ ਹਾਂ ਕਿ ਜੇਕਰ ਕੋਈ ਵੀ ਇਹ ਸਾਬਤ ਕਰਦੇ ਕਿ ਇਹ ਮੋਰਚੇ ਦੇ ਵਿੱਚ ਕਾਂਗਰਸ ਦੀ 0% ਵੀ ਕਿਸੇ ਤਰ੍ਹਾਂ ਦੀ ਕੋਈ ਸ਼ਮੂਲੀਅਤ ਸੀ, ਅਸੀਂ ਆਪ ਉਸ ਬੰਦੇ ਦਾ ਜਲੂਸ ਕੱਢਾਂਗੇ, ਚਾਹੇ ਉਹ ਮੈਂ ਵੀ ਕਿਉਂ ਨਹੀਂ ਸੀਗਾ। ਕਿ ਵਰਤਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਖਾਲਸਾ ਪੰਥ ਦੀ ਨੁਮਾਇੰਦਗੀ ਨਹੀਂ ਕਰਦੀ। ਉਹ ਬਾਦਲ ਪਰਿਵਾਰ ਦੇ ਗਲਬੇ ਹੇਠ ਆ ਤੇ ਬਾਦਲ ਪਰਿਵਾਰ ਹਿੰਦੂਤਵੀ ਸੋਚ ਦਾ ਮੋਹਰਾ ਵਾ। ਕਰੀਏ ਜੀ। ਸਾਡਾ ਜੀ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਉਹ ਸੰਕੇਤਕ ਧਰਨਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੇ ਥੱਲੇ ਧਰਮ ਸਿੰਘ ਮਾਰਕੀਟ ਲਗਾ ਰਹੇ ਆ। ਸਾਨੂੰ ਬੜਾ ਦੁੱਖ ਤੇ ਅਫਸੋਸ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 267 ਸਰੂਪਾਂ ਦੀ ਗੱਲ ਚੱਲੀ ਕਿ ਉਹ ਗਾਇਬ ਨੇ। ਉਦੋਂ ਬਾਅਦ ਪਤਾ ਲੱਗਾ ਜਹੇਦਾਰ ਨੇ ਜਿਹੜੀ ਕਮੇਟੀ ਬਣਾਈ ਸੀ ਈਸ਼ਰ ਸਿੰਘ ਦੀ ਕਿ 328 ਸਰੂਪ ਨੇ। ਫਿਰ ਕਹਿਣ ਲੱਗੇ 5 ਅਗਨ ਭੇਟ ਹੋਏ ਆ, ਫਿਰ ਕਹਿਣ ਲੱਗੇ 14 ਹੋਏ ਆ, ਹੁਣ 80 ਕਹਿਣ ਲੱਗ ਗਏ ਆ, 328 ਸਰੂਪ ਅਲੱਗ ਨੇ। ਫਿਰ ਕਹਿਣ ਆ ਗਈ ਗੱਲ ਕਿ 400 ਸਰੂਪ ਅਮਰੀਕਾ ਵਿੱਚ ਇੱਕ ਏਅਰਪੋਰਟ 'ਤੇ ਹੀ ਉਹਨਾਂ ਦੀ ਬੇਅਦਬੀ ਹੋ ਗਈ, ਉਹ ਸਲਾਬੇ ਗਏ। ਫਿਰ ਪਤਾ ਲੱਗਾ ਕਿ ਆਸਟਰੀਆ ਵਿੱਚ ਉੱਥੇ ਵੀ ਕੋਈ 400 ਦੇ ਏਡ ਗੇਟ ਸਰੂਪ ਜਿਹੜੇ ਸੀ ਉਹਨਾਂ ਦੇ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰ ਗਈ ਹੈ। ਇੱਥੋਂ ਹੋਰ ਕਿੰਨੇ ਸਰੂਪ ਹੈ। ਕਈਆਂ ਨੇ ਜਾਂਚ ਵਿੱਚ ਇਹ ਵੀ ਜ਼ਿਕਰ ਕੀਤਾ ਹੈ ਕਿ ਹਜ਼ਾਰਾਂ ਦੀ ਗਿਣਤੀ 'ਚ ਹੈ। ਰੱਬ ਜਾਣੇ ਕੀ ਹੈ, ਸੱਚ ਹੈ ਕਿ ਝੂਠ ਹੈ, ਪਰ ਇਹ ਕੋਈ ਸੱਚਾਈ ਕੌਮ ਦੇ ਸਾਹਮਣੇ ਰੱਖਣ ਲਈ ਤਿਆਰ ਨਹੀਂ ਗੇ। ਜਿਹੜੇ 328 ਇਹਨਾਂ ਦੇ ਜਥੇਦਾਰ ਬਣਾਏ ਹੋਏ ਸ਼੍ਰੋਮਣੀ ਕਮੇਟੀ ਨੇ ਕਿਹਾ, ਉਹਨਾਂ ਦਾ ਜ਼ਿਕਰ ਵੀ ਨਹੀਂ ਦੱਸ ਰਹੇ ਵੀ ਉਹ ਸਰੂਪ ਕਿੱਥੇ ਗਏ, ਕਿਵੇਂ ਗਏ, ਕੌਣ ਲੈ ਗਿਆ, ਕਿੰਨੇ ਦਿੱਤੇ ਆ। ਔਰ ਉਹ ਮਤਲਬ ਅੱਜ ਉਹਨਾਂ ਦੀ ਸੇਵਾ ਸੰਭਾਲ ਹੋ ਰਹੀ ਹੈ ਜਾਂ ਕਿਸੇ ਗੈਰ ਪੰਥਕ ਲੋਕਾਂ ਕੋਲ ਚਲੇ ਗਏ ਨੇ, ਗੁਰੂ ਦੇ ਵਿਰੋਧੀਆਂ ਕੋਲ ਚਲੇ ਗਏ ਆ, ਕਿ ਸੰਗਤ ਕੋਲ ਗਏ ਨੇ, ਗੁਰਦੁਆਰੇ ਸਾਹਿਬਾਂ 'ਚ ਗਏ ਨੇ। ਕੀ ਸਿਸਟਮ ਹੈ, ਆਡਿਟ ਹੁੰਦਾ ਬਕਾਇਦਾ ਸਭ ਕੁਝ। ਉਹ ਸਾਰਾ ਕੁਝ ਕੀ ਹੋ ਰਿਹਾ, ਕਿੱਦਾਂ ਹੋ ਰਿਹਾ, ਜਾਣਕਾਰੀ ਨਹੀਂ ਦੇ ਰਹੇ। ਅਤੇ ਸਿੱਖਾਂ ਦੇ ਵਿੱਚੋਂ ਕੁਝ ਨੌਜਵਾਨਾਂ ਦੀਆਂ ਜਥੇਬੰਦੀਆਂ ਦੇ ਆਗੂ ਸਾਹਿਬਾਨ ਉੱਥੇ ਬੈਠੇ ਸਨ। 40 ਦਿਨ ਉਹਨਾਂ ਨੇ ਉੱਥੇ ਜਾਪ ਕੀਤਾ ਹੈ। ਉਹਨਾਂ ਦੇ ਉੱਤੇ ਜੋ ਤਸ਼ੱਦਦ, ਜ਼ੁਲਮ, ਅਤਿਆਚਾਰ ਇਹਨਾਂ ਨੇ ਕੀਤਾ। ਬੰਦਿਆਂ ਨੂੰ ਚੱਕ ਕੇ ਸਮੁੰਦਰੀ ਹਾਲ 'ਚ ਲੈ ਜਾਂਦੇ ਸੀ ਕਮਰਿਆਂ ਦੇ ਵਿੱਚ। ਉੱਥੇ ਡਾਂਗਾ, ਸੋਟੇ ਔਰ ਹਰ ਤਰ੍ਹਾਂ ਦੀ ਕੁੱਟਮਾਰ, ਜਿਵੇਂ ਇੰਟਰੋਗੇਸ਼ਨ ਸੈਂਟਰ ਵਿੱਚ, ਮਾਲ ਮੰਡੀ, ਬੀਕੋ ਵਿੱਚ ਜਾਂ ਇੱਥੇ ਹੋਰ ਥਾਵਾਂ ਦੇ ਪੁਰਾਣੇ ਜ਼ਮਾਨੇ 'ਚ ਹੁੰਦੀ ਰਹੀ ਹੈ, ਉਸ ਤਰ੍ਹਾਂ ਜ਼ੁਲਮ ਕੀਤੇ ਗਏ। ਔਰ ਉਸ ਮੌਕੇ 'ਤੇ ਇੱਕ SP ਰੈਂਕ ਦਾ ਸਰਕਾਰੀ ਅਧਿਕਾਰੀ ਸਮੁੰਦਰੀ ਹਾਲ ਦੇ ਵਿੱਚ ਬੈਠਾ ਹੋਇਆ ਸੀ, ਜਿਹਦੀ ਕਿ ਜ਼ਿੰਮੇਵਾਰੀ ਇਹ ਸੀ ਸ਼ਾਂਤੀ ਕਰਾਉਂਦਾ। ਜੇ ਬਾਅਦ ਦੀ ਲੋੜ ਸੀ ਉਹ ਗ੍ਰਿਫਤਾਰੀਆਂ ਕਰ ਸਕਦਾ ਸੀ, ਉਦੋਂ ਉਹਨੂੰ ਪਿੱਛੇ ਹਟਾ ਸਕਦਾ ਸੀ, ਪਰ ਉਹਦਾ ਉੱਥੇ 3 ਘੰਟੇ ਤੱਕ ਬੈਠਣਾ। ਇਹਦੀ ਜਾਂਚ ਵੀ ਜਿਹੜੀ ਹੈ ਸਰਕਾਰ ਕਰਕੇ ਕੌਮ ਨੂੰ ਤੇ ਸਮੁੱਚੇ ਸਮਾਜ ਨੂੰ ਦੱਸੇ ਕਿ 3 ਘੰਟੇ SP ਉੱਥੇ ਬੈਠਾ, ਕੌਣ ਅਫਸਰ ਸੀ ਉਹ ਕਿਉਂ ਬੈਠਾ ਗਿਆ, ਕਿਵੇਂ ਉਹਨੇ ਉੱਥੇ ਕੀ ਬੈਠ ਕੇ ਕੀਤਾ। 3 ਘੰਟੇ ਵਿੱਚ ਤਾਂ ਉਹ ਸਾਰੇ ਅੰਮ੍ਰਿਤਸਰ ਜਿਹੜੇ ਸੀਗੇ, ਚੰਡੀਗੜ੍ਹ ਦਾ ਹੀ ਫੋਰਸ ਆ ਸਕਦੀ ਹੈ ਇੱਥੇ। ਉਹ ਲਾਗੇ ਥਾਣੇ ਜਿਹੜੇ ਕੋਈ 100 200 ਗਜ ਤੇ 500 ਗਜ ਤੇ ਕਿੰਨੇ ਸੀ, ਉਹਨਾਂ ਥਾਣਿਆਂ ਦੀ ਪੁਲਿਸ ਕਿਉਂ ਨਾ ਮੰਗਾਈ ਉਸ ਬੰਦੇ ਨੇ। ਉਹ ਉੱਥੇ ਫੋਰਸ ਲੈ ਕੇ ਬੈਠਾ ਸੀ, ਉਹਦੀ ਜ਼ਿੰਮੇਵਾਰੀ ਸੀ ਹਟਾਉਂਦਾ। ਸੋ ਇਹ ਸਾਰੀਆਂ ਗੱਲਾਂ ਕਿ ਸੁਖਬੀਰ ਜਿਹੜਾ ਹੈ ਉਹ ਪੁਲਿਸ ਦੇ ਨਾਲ ਤੇ ਹੋਰ ਲੋਕਾਂ ਦੇ ਨਾਲ ਰਲ ਕੇ ਸਿੱਖ ਕੌਮ ਦੇ ਉੱਤੇ ਅਤਿਆਚਾਰ ਕਰਾ ਰਿਹਾ ਹੈ। ਪ੍ਰਧਾਨ ਸਾਹਿਬ ਕਹਿ ਰਹੇ ਕਿ ਧਰਨਾ ਜਿਹੜਾ ਕਾਂਗਰਸ ਵੱਲੋਂ ਲਵਾਇਆ ਗਿਆ ਸੀ। ਦੇਖੋ, ਕਾਂਗਰਸ ਦਾ ਜਵਾਬ ਤਾਂ ਇਹਨਾਂ ਦਾ ਬੇਵਕੂਫਾਂ ਵਾਲਾ ਹੈ। ਇਹ ਸਰਦਾਰ ਟੌੜਾ ਸਾਹਿਬ ਨੂੰ ਵੀ ਕਾਂਗਰਸੀ ਕਹਿੰਦੇ ਰਹੇ,
ਇਹ ਤਲਵੰਡੀ ਸਾਹਿਬ ਨੂੰ ਵੀ ਕਾਂਗਰਸੀ ਕਹਿੰਦੇ ਰਹੇ, ਇਹਨਾਂ ਮੋਹਨ ਸਿੰਘ ਧੁੱਡ ਨੂੰ ਵੀ ਕਿਹਾ, ਇਹਨਾਂ ਸੰਤ ਫਤਿਹ ਸਿੰਘ ਨੂੰ, ਮਾਸਟਰ ਤਾਰਾ ਸਿੰਘ ਨੂੰ ਵੀ ਕਾਂਗਰਸੀ ਕਿਹਾ। ਇਹਨਾਂ ਲੋਕਾਂ ਨੇ ਤਾਂ ਸੰਤ ਜਰਨੈਲ ਸਿੰਘ ਨੂੰ ਨਹੀਂ ਛੱਡਿਆ, ਉਹਨੂੰ ਵੀ ਕਹਿ ਦਿੱਤਾ ਜਿਹੜਾ ਆਪਣਾ ਕੌਮ ਵਾਸਤੇ ਸਭ ਕੁਝ ਵਾਰ ਗਿਆ। ਇਹਨਾਂ ਲੋਕਾਂ ਦੇ ਜਿਹੜਾ ਕਾਂਗਰਸ ਵਾਲਾ ਸ਼ਬਦ ਹੈ ਇਹਦਾ ਕੋਈ ਮਹਿਣਾ ਨਹੀਂ। ਅਸਲ ਵਿੱਚ ਹੈ ਕਿ ਸੁਖਬੀਰ ਬਾਦਲ ਦਾ ਪਿਓ ਕਾਂਗਰਸ ਵਿੱਚੋਂ ਆਇਆ ਸੀ, ਇਹਦੀ ਭੈਣ ਕਾਂਗਰਸੀ ਮੁੱਖ ਮੰਤਰੀ ਦੇ ਘਰੇ ਵਿਆਹੀ ਹੈ, ਆਪ ਨਹਿਰੂ ਦੀ ਸਰਕਾਰ ਦੇ ਵਿੱਚ ਖੇਤੀ ਮੰਤਰੀ ਸੀ, ਇਹ ਉਹਦਾ ਪੋਤਰੀ ਦੇ ਨਾਲ ਇਹ ਆਪ ਵਿਆਹਿਆ। ਬਾਕੀ ਵੀ ਸਾਰੇ ਰਿਸ਼ਤੇਦਾਰ ਜਿਹੜੇ ਨੇ ਉਹ ਕਾਂਗਰਸੀ ਨੇ। ਅਸਲ 'ਚ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਜਥੇਬੰਦੀ ਸੀ, ਇਹਦੇ ਤੇ ਕਾਂਗਰਸ ਨੇ ਇੱਕ ਢੰਗ ਨਾਲ ਕਬਜ਼ਾ ਕਰ ਲਿਆ ਤੇ ਇਹੀ ਵਜ੍ਹਾ ਹੈ ਕਿ ਕਾਂਗਰਸ ਤੇ ਪੁਲਿਸ ਸਾਰੇ ਰਲ ਕੇ ਕੌਮ ਦੇ ਨਾਲ ਜ਼ੁਲਮ ਕਮਾ ਰਹੇ ਆ। ਕਿਹਾ ਜਾ ਰਿਹਾ ਕਿ ਧਰਨੇ ਤੋਂ ਨਾ ਬੋਤਲਾਂ ਲੱਭੀਆਂ, ਸ਼ਰਾਬ ਪੀਤੀ ਗਈ ਹੈ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ, ਪਹਿਲੀ ਗੱਲ ਤੇ ਸ਼ਰਮ ਦੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹੋ ਜਿਹੀ ਗੱਲ ਕਰੇ। ਜੇ ਇਹੋ ਜਿਹੀ ਗੱਲ ਹੈ ਤੇ ਸਰਕਾਰ ਜਿਹੜੀ ਆ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੀ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਤੇ ਪ੍ਰਧਾਨ ਦੀ, ਇਹਨਾਂ ਦੇ ਵੀ ਆ ਜਿਹੜਾ ਡੋਪ ਟੈਸਟ ਕਰਨ ਤੇ ਉਹਨਾਂ ਦਾ ਵੀ ਕਰਨ। ਉਹ ਤਾਂ ਸਾਰੇ ਹਸਪਤਾਲ 'ਚ ਪਏ ਨੇ, ਉਹਨਾਂ ਦਾ ਡੋਪ ਟੈਸਟ ਕਰੋ, ਸਾਰਾ ਸੱਚ ਸਾਹਮਣੇ ਆ ਜਾਏਗਾ। ਐਸਾ ਝੂਠ, ਉਹ ਵੀ ਦਰਬਾਰ ਸਾਹਿਬ ਬਾਰੇ ਝੂਠ। ਅਸਲ ਵਿੱਚ ਨਨਕਾਣਾ ਸਾਹਿਬ ਵਿੱਚ ਇੱਕ ਸਿੱਖ ਮੱਥਾ ਟੇਕਣ ਆਇਆ ਸੀ, ਉਹਦੇ ਨਾਲ ਉਹਨਾਂ ਦੇ ਪਰਿਵਾਰ, ਬੱਚੇ, ਬੀਬੀ ਸੀ। ਉਹਨੂੰ ਨਰੈਣੂ ਮੰਨ ਦੇ ਗੁੰਡੇ ਚੱਕ ਕੇ ਕਮਰੇ 'ਚ ਲੈ ਗਏ ਤੇ ਸਿੱਖਾਂ ਨੇ ਮੋਰਚੇ ਲਾ ਕੇ ਗੁਰਦੁਆਰੇ ਛਡਾ ਲਏ ਸੀ। ਹੁਣ ਵੀ ਸਿੱਖ ਬੀਬੀਆਂ ਦੇ ਉੱਤੇ ਇਹਨਾਂ ਨੇ ਤਸ਼ੱਦਦ ਕੀਤਾ, ਜ਼ੁਲਮ ਕੀਤਾ, ਅਤਿਆਚਾਰ ਕੀਤਾ। ਔਰ ਇਹ ਲੋਕ ਜਿਹੜੇ ਨੇ, ਇਹਨਾਂ ਦਾ ਹੁਣ ਇਹ ਹੈ ਕਿ ਇਹਨਾਂ ਨੂੰ ਕੌਮ ਇੱਥੋਂ ਵਿਦਾਇਗੀ ਦੇਵੇ। ਗੁਰੂ ਸਾਹਿਬ ਜੀ ਨੇ ਮਸੰਦ ਆਪ ਪੈਦਾ ਕੀਤੇ ਸੀ, 10ਵੇਂ ਪਾਤਸ਼ਾਹ ਨੇ ਉਹਨਾਂ ਮਸੰਦਾਂ ਨੂੰ ਹੱਥੀਂ ਤੋੜ ਕੇ ਮਰਜ਼ਾਦਾ ਬਣਾਤੀ ਵੀ ਜੇ ਕੋਈ ਗਲਤ ਹੋ ਜਾਏ ਤਾਂ ਉਹਨੂੰ ਤੋੜਿਆ ਜਾਵੇ। ਔਰ ਇਸੇ ਤਰ੍ਹਾਂ ਬਾਅਦ ਵਿੱਚ ਜਿਹੜੇ ਆਏ ਸੀ ਉਹ ਮਹਾਰਾਜਾ ਰਣਜੀਤ ਸਿੰਘ ਵੇਲੇ ਤੋੜ ਦਿੱਤੇ ਗਏ। ਫਿਰ ਮਹੰਤ ਬਿਠਾਏ ਮਹਾਰਾਜਾ ਰਣਜੀਤ ਸਿੰਘ ਵੇਲੇ, ਜਿਹੜੇ 1920 'ਚ ਸਿੱਖਾਂ ਨੇ ਤੋੜ ਦਿੱਤੇ। 100 ਸਾਲ ਹੋ ਗਿਆ ਹੁਣ, 100 ਸਾਲ ਹੋ ਗਿਆ ਇਹ ਬੈਠੇ ਨੇ, ਹੁਣ ਇਹਨਾਂ ਦੇ ਜਾਣ ਦਾ ਸਮਾਂ ਆ ਗਿਆ। ਅੱਜ ਦੇ ਧਰਨੇ ਤੋਂ ਬਾਅਦ ਦੀ ਰਣਨੀਤੀ ਕੀ ਹੋਵੇ? ਅੱਜ ਦੇ ਧਰਨੇ ਤੋਂ ਬਾਅਦ ਅਸੀਂ ਪੰਥਕ ਜਥੇਬੰਦੀਆਂ ਨਾਲ ਸਲਾਹ ਮਸ਼ਵਰਾ ਕਰਾਂਗੇ ਔਰ ਇਹ ਪਹਿਲਾਂ ਹੀ ਕਿਹਾ ਸੀ ਵੀ ਇੱਕ ਦਿਨ ਦਾ ਸੰਕੇਤਕ ਸਾਡਾ ਇੱਥੇ ਧਰਨਾ ਹੈ। ਔਰ ਸਰਕਾਰ ਜਿਹੜੀ ਹੈ ਉਹ ਉਹਨਾਂ ਦੋਸ਼ੀਆਂ ਦੇ ਉੱਤੇ ਮੁਕੱਦਮਾ ਦਰਜ ਕਰੇ ਜਿਨ੍ਹਾਂ ਨੇ ਜ਼ੁਲਮ ਕੀਤਾ, ਅਤਿਆਚਾਰ ਕੀਤਾ। ਤੇ ਜੇ ਉਹਨਾਂ ਨੇ ਕੁਝ ਨਾ ਕੀਤਾ, ਕਹਿ ਰਹੇ ਨੇ, ਸੁਣ ਰਹੇ ਆ, ਕੋਈ ਸਾਡੇ ਕੋਲ ਜਾਣਕਾਰੀ ਲਿਖਤੀ ਸਬੂਤ ਅਜੇ ਨਹੀਂ ਆਇਆ, ਪਰ ਜੇ ਉਹਨਾਂ ਨੇ ਕੇਸ ਨਾ ਕੀਤਾ, ਉਹਨਾਂ ਦੇ ਉੱਤੇ ਕਾਰਵਾਈ ਨਾ ਕੀਤੀ ਤਾਂ ਫਿਰ ਸਾਨੂੰ ਕੁਝ ਹੋਰ ਸੋਚਣਾ ਪਵੇਗਾ। ਲਗਾਤਾਰ ਧਰਨਾ ਇੱਥੇ ਵੀ ਲੱਗਾ ਸੀ, ਲੌਂਗੋਵਾਲ ਦੇ ਘਰ ਦੇ ਬਾਹਰ ਵੀ ਲੱਗਾ। ਕੱਲ ਲਾਂਤ ਪੱਤਰ ਜਿਹੜਾ ਕਿ ਗੋਬਿੰਦ ਸਿੰਘ ਲੌਂਗੋਵਾਲ ਦੇ ਘਰ ਦੇ ਬਾਹਰ ਕੁਝ ਜਥੇਬੰਦੀਆਂ ਦਿੱਤਾ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ, ਲਾਹਨਤੀਆਂ ਨੂੰ ਲਾਹਨਤ ਕਾਹਦੀ ਹੈ? ਜਿਹੜੇ ਸਰਸੇ ਵਾਲੇ ਨੂੰ ਮੱਥਾ ਟੇਕ ਆਏ ਜਾ ਕੇ, ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਨੇ, ਉਹਦੇ ਬਾਰੇ ਸੱਚ ਨਾ ਮੰਨਣ ਲਈ ਤਿਆਰ ਹੋਣ, ਇਹਨਾਂ ਨੂੰ ਕੀ ਕਹੀਏ? ਸਾਡੇ ਕੋਲੋਂ ਤਾਂ ਕੁਝ ਕਹਿਣ ਨੂੰ ਕੁਝ ਹੈ ਨਹੀਂ। ਅਸੀਂ ਤਾਂ ਇੱਕੋ ਹੀ ਅਰਦਾਸ ਹੀ ਕਰਦੇ ਹਾਂ ਕਿ ਗੁਰੂ ਮਹਾਰਾਜ ਇਹਨਾਂ ਨੂੰ ਸਮੱਤ ਦੇਵੇ, ਇਹਨਾਂ ਨੂੰ ਅਕਲ ਦਾ ਦਾਨ ਦੇਵੇ। ਦੂਜੀ ਸੰਗਤ ਤੱਕ ਅਰਦਾਸ ਕਰਦੇ ਹਾਂ ਗੁਰੂ ਅੱਗੇ ਕਿ ਸੰਗਤ ਨੂੰ ਬਲ ਬਖਸ਼ੇ ਤੇ ਇਹਨਾਂ ਨੂੰ ਗੁਰਦੁਆਰਿਆਂ ਚੋਂ ਘਰ ਭੇਜਿਆ ਜਾਵੇ, ਵਿਦਾਇਗੀ ਦਿੱਤੀ ਜਾਵੇ। ਸਾਡੀ ਤਾਂ ਇਹ ਅਰਦਾਸ ਹੈ, ਇਹੀ ਬੇਨਤੀ ਹੈ। ਬਾਕੀ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਫੋਰਸ ਤਿਆਰ ਕਰਨੀ ਆਪਣੇ ਆਪ 'ਚ ਗੈਰ ਕਾਨੂੰਨੀ ਕੰਮ ਹੈ। ਇਹ ਕੋਈ ਸਰਕਾਰ ਨਹੀਂ ਗੀ ਕਿ ਪੁਲਿਸ ਤਰ੍ਹਾਂ ਉਹਨੇ ਫੋਰਸ ਪੈਦਾ ਕਰ ਲਈ, ਆਰਮਡ ਫੋਰਸ ਹੈ, ਕੋਈ BSF ਦੀ ਹੈ, CRP ਦੀ ਹੈ, ਪੁਲਿਸ ਦੀ ਹੈ, ਫੌਜ ਦੀ ਹੈ ਫੋਰਸ ਪੈਦਾ। ਇਹਨਾਂ ਨੇ ਜਿਹੜੀ ਫੋਰਸ ਬਣਾਈ ਆਪਣੇ ਆਪ ਕਾਨੂੰਨ ਦੇ ਨਾਲ ਇਹਨਾਂ ਦਾ ਧੋਖਾ ਹੈ। ਪਹਿਲਾਂ ਬਰਨਾਲੇ ਨੇ ਬਣਾਈ ਸੀ, ਟੌੜਾ ਸਾਹਿਬ ਨੇ ਤੋੜ ਦਿੱਤੀ ਪ੍ਰਧਾਨ ਬਣਦਿਆਂ ਸਾਰ। ਹਾਂਜੀ, ਇਹ ਪਹਿਲਾਂ ਬਰਨਾਲੇ ਨੇ ਬਣਾਈ ਸੀ ਰਾਜੀਵ ਗਾਂਧੀ ਦੇ ਕਹਿਣ ਤੇ। ਕਾਬਲ ਸਿੰਘ ਉਦੋਂ ਪ੍ਰਧਾਨ ਸੀ, ਜਦ ਟੌੜਾ ਸਾਹਿਬ ਪ੍ਰਧਾਨਗੀ ਜਿੱਤ ਗਿਆ ਤੇ ਉਸੇ ਸਮੇਂ ਉਹਨੇ ਫੋਰਸ ਤੋੜ ਦਿੱਤੀ ਸੀ। ਜਦੋਂ ਬਾਦਲ ਦੇ ਹੱਥ 'ਚ ਕਬਜ਼ਾ ਆ ਗਿਆ, ਉਹਨੇ ਫਿਰ ਫੋਰਸ ਬਣਾ ਲਈ ਹੈ। ਇਹ ਫੋਰਸ ਬਣਾ ਕੇ ਕਾਨੂੰਨ ਨੂੰ ਚੈਲੰਜ ਕਰ ਰਹੇ ਆ ਤੇ ਸਰਕਾਰ ਸੁੱਤੀ ਹੋਈ ਹੈ, ਸਰਕਾਰ ਇਹਨਾਂ ਦੇ ਨਾਲ ਰਲੀ ਹੋਈ ਹੈ। ਤੇ ਇਸ ਕਰਕੇ ਇਹ ਫੋਰਸ, ਜੇ ਸ਼੍ਰੋਮਣੀ ਕਮੇਟੀ ਪੰਥ ਕੋਲ ਆ ਗਈ, ਸਭ ਤੋਂ ਪਹਿਲਾ ਹੁਕਮ ਇਹ ਹੀ ਹੋਏਗਾ ਉਹ ਇੱਥੇ ਕਿ ਇਹਨਾਂ ਫੋਰਸ ਨੂੰ ਤੋੜ ਕੇ ਘਰਾਂ 'ਚ ਭੇਜਿਆ ਜਾਏਗਾ। ਦੂਜਾ, ਜਿਹੜੇ ਚੋਰ ਤੇ ਹੋਏ ਲੁਟੇਰੇ ਨੇ, ਇਹਨਾਂ ਵਿਰੁੱਧ ਕਾਨੂੰਨ ਦੇ ਸਕੰਜੇ ਵਿੱਚ ਦੇਣ ਲਈ ਸਰਕਾਰ ਦੇ ਕੋਲ ਪਹੁੰਚ ਕੀਤੀ ਜਾਵੇਗੀ ਕਿ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ। ਇਹਨਾਂ ਕਿੰਨੀ ਲੁੱਟ ਲੁੱਟੀ ਹੈ, ਕਿੰਨੇ ਬੇਅਦਬੀ ਕੀਤੀ ਹੈ। ਗੁਰੂ ਸਾਹਿਬ ਦੇ 328 ਸਰੂਪ ਜਾਂ ਇਸ ਤੋਂ ਵੱਧ ਘੱਟ ਜੋ ਵੀ ਆਇਆ, ਉਹਦੀ ਸਹੀ ਜਾਣਕਾਰੀ ਸਿੱਖ ਕੌਮ, ਹਰ ਇੱਕ ਸਿੱਖ ਤੱਕ ਮੁਹੱਈਆ ਕਰਾਈ ਜਾਏਗੀ ਕਿ ਉਹ ਸਰੂਪ ਕਿੰਨੇ ਛਪੇ, ਕਿਵੇਂ ਗਏ, ਕੌਣ ਲੈ ਕੇ ਗਿਆ, ਅੱਜ ਕਿਸ ਸਥਿਤੀ ਵਿੱਚ ਨੇ। ਇਹ ਸਾਰੀ ਇੱਕ ਸਰੂਪ ਦੀ ਜਾਣਕਾਰੀ ਜਿਹੜੀ ਹੈ ਇਲੈਕਸ਼ਨ ਚੋਣ ਕਮਿਸ਼ਨ ਬਣ ਚੁੱਕਾ ਹੈ ਔਰ ਲੋਕ ਇਹਨਾਂ ਨੂੰ ਭੇਜਣ ਲਈ ਤਿਆਰ ਨੇ ਘਰਾਂ ਨੂੰ। ਉਹ ਤੋਂ ਬਾਅਦ ਇੱਕ ਚੀਜ਼ ਦੀ ਜਾਣਕਾਰੀ ਹਰ ਸਿੱਖ ਨੂੰ ਮੁਹੱਈਆ ਕਰਾਈ ਜਾਏਗੀ। ਹਾਂਜੀ ਵੀਰ ਜੀ, ਉਦੋਂ ਦੀ ਜਿਹੜੀ ਘਟਨਾ
ਹੋਈ ਸੀ, ਥੋੜਾ ਜਿਹਾ ਵੇਰਵਾ ਦੱਸਿਓ ਕਿ ਸ਼ੁਰੂਆਤ ਜੇ ਐਜੀਪੀਸੀ ਦੀ ਗੱਲ ਕਰਦੇ ਤਾਂ ਉਹ ਕਹਿੰਦੇ ਕਿ ਸਾਡੇ ਅੰਦਰ ਆ ਕੇ ਹਮਲਾ ਕੀਤਾ, ਤੇ ਜੇ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ ਸਾਡੇ ਹਮਲਾ ਕੀਤਾ, ਤੁਸੀਂ ਉਸੇ ਮੌਕੇ ਤੇ ਸੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਜਿਹੜੀ ਵੀਡੀਓ ਆ ਕੁਰਬਾਨਾਂ ਵਾਲੀ, ਕੁੱਲ ਮੁਲਕ ਨੇ ਵੇਖ ਲਈ, ਇੱਕ ਨੇ ਨਹੀਂ ਵੇਖੀ, ਕੁੱਲ ਮੁਲਕ ਨੇ ਵੇਖ ਲਈ ਆ। ਨੀਲੇ ਰਮਾਲ ਵਾਲਾ ਵਾਰ ਵੀ ਪਹਿਲਾਂ ਇਹਨਾਂ ਇਹ ਬੰਦਿਆਂ ਕੀਤਾ, ਭੱਜ ਕੇ ਵਾਰ ਇਹਨਾਂ ਕੀਤਾ ਸੰਗਤ ਤੇ, ਅੰਦਰੋਂ ਵੀ ਇਹਨਾਂ ਦਰੀਆਂ ਆਲੀ ਭੂਰਾ ਇਹ ਸਾਰੇ ਬੰਦੇ ਨਾਲ, ਸ਼੍ਰੋਮਣੀ ਕਮੇਟੀ ਮੈਂਬਰ ਜਿਹੜਾ ਵਾ ਖਾਪੜ ਖੇੜੀ ਉਹ ਵੀ ਨਾਲ ਆਇਆ। ਇਹਨਾਂ ਬੰਦਿਆਂ ਨੇ ਅੰਦਰੋਂ ਖਿੱਚ ਧੂ ਕਰਕੇ ਭੈਣਾਂ ਸਾਡੀਆਂ ਨੂੰ ਅੰਦਰੋਂ ਧੋਇਆ, ਬੰਦਿਆਂ ਨੇ ਧੂ ਕੇ ਲੱਤਾਂ ਮਾਰਦਿਆਂ ਇਹਨਾਂ ਬੁਰੇ ਹਾਲ, ਉਹਨਾਂ ਦੇ ਕੱਪੜੇ ਪਾੜੇ, ਇਹਨਾਂ ਨੂੰ ਗੰਦੀ ਸ਼ਬਦਾਵਲੀ ਬੋਲੀ ਬਹੁਤ ਜ਼ਿਆਦੀ ਭੈਣਾਂ ਨੂੰ, ਤੇ ਧੂ ਕੇ ਲੈ ਗਏ। ਫੇਰ ਵਾਰੀ ਆ ਗਈ ਇਹਨਾਂ ਦੀ ਸਿੰਘਾਂ ਦੀ, ਮੁਸਲ ਸਾਹਿਬ ਨੂੰ, ਮਨਜੀਤ ਸਿੰਘ ਝਬਾਲ ਨੂੰ, ਖੋਸਾ ਸਾਹਿਬ ਨੂੰ ਤਾਂ ਪਹਿਲਾਂ ਹੀ ਲੈ ਗਏ ਧੂ ਕੇ। ਸਭ ਤੋਂ ਪਹਿਲਾਂ ਖੋਸਾ ਸਾਹਿਬ ਨੂੰ ਅੰਦਰ ਧੂ ਕੇ ਕੁੱਟ ਕੇ ਖੜਿਆ ਇਹਨਾਂ, ਜਿਹੜਾ ਦਰਵਾਜ਼ੇ ਅੱਗੇ ਬੈਠੇ ਸੀ। ਸਾਰੀ ਘਟਨਾ ਤੁਹਾਡੇ ਮੋਰਚੇ ਤੋਂ ਚੁੱਕ ਕੇ ਖੜਨ ਦੀ ਹੈ ਕਿ ਉੱਥੋਂ ਚੁੱਕ ਕੇ ਲੈ ਗਏ? ਭਾਈ ਸਾਹਿਬ ਇਹ ਕਲੀਅਰ ਆ, ਇਹਨਾਂ ਦੇ ਸਾਡੀ ਗੱਲ ਹੀ ਰਹਿਣ ਦਿਓ। ਅਸੀਂ ਕਹਿੰਦੇ ਵੀ ਅਸੀਂ ਝੂਠੇ ਆ, ਸਾਡੀ ਗੱਲ ਰਹਿਣ ਦਿਓ। ਇਹਨਾਂ ਦੇ ਕੈਮਰੇ ਕੱਢ ਲਓ। ਕੈਮਰੇ ਕਿਉਂ ਨਹੀਂ ਜਨਤਕ ਕੀਤੇ ਯਾਰ, ਤੁਹਾਨੂੰ ਕੀ ਲੱਗਦਾ? ਉਹ ਗੱਲ ਨਾ, ਇਹ ਜਨਤਕ ਕੀਤੇ ਕਰ ਕਿਦਾਂ ਦੇਣਗੇ? ਕਿਉਂਕਿ ਕੱਲੇ ਨੂੰ ਤਾਂ ਡਾਂਗਾ ਨਾਲ ਕੁੱਟਦਿਆਂ, ਬਾਹਰੋਂ ਆ ਵੜਦਿਆਂ ਫੜਦਿਆਂ ਤੇ ਅੰਦਰ ਖੜਿਆ ਇਹਨਾਂ, ਤਾਂ ਬਾਹਾਂ ਤੋੜੀਆਂ, ਕੀ ਹਾਲ ਕੀਤਾ ਸਾਡੇ। ਕੋਈ ਵੀ ਬੰਦਾ ਵਾ ਜਿਹੜਾ ਲਾਸ਼ਾਂ ਪਈਆਂ, ਬੁਰੇ ਹਾਲ ਸਾਡੇ, ਤੇ ਇਹਨਾਂ ਕੋਈ ਛੱਡਿਆ ਹੀ ਨਹੀਂ ਹੈ, ਕੋਈ ਕਸਰ ਨਹੀਂ ਛੱਡੀ, ਤੇ ਕਿੱਦਾਂ ਤੁਹਾਨੂੰ ਵਿਖਾ ਦੇਣਗੇ? ਦਿਲਬਾਗ ਸਿੰਘ ਜੀ, ਤੁਹਾਡੇ ਸੱਟਾਂ ਬਾਹਾਂ ਲੱਗੀਆਂ ਲੱਗਦੀਆਂ ਬਾਹਾਂ ਦੇ ਉੱਤੇ, ਕੀ ਇਹ ਭਾਈ ਸਾਹਿਬ ਸਿੱਧੀਆਂ ਤਲਵਾਰਾਂ ਮਾਰੀਆਂ, ਇੱਥੋਂ ਦੋ ਥਾਂ ਵੱਢਿਆ ਇਹਨਾਂ, ਇੱਥੋਂ ਹੱਡੀ ਵੀ ਵੱਡੀ ਮੇਰੀ, ਦੋ ਥਾਂ ਇਹਨਾਂ ਵਾਰ ਕੀਤੇ ਮੇਰੇ। ਮੈਂ ਇਦਾਂ ਸਿਰ ਤੋਂ ਵੀ ਬਚਾਇਆ ਵਾ ਵਾਰ, ਇੱਕ ਵਾਰ ਇਹਨਾਂ ਸਿਰ 'ਚ ਕੀਤਾ, ਸਿਰ ਤੋਂ ਬਚਾਇਆ, ਉਹ ਵੱਡੀ ਮੇਰੀ ਇੱਥੋਂ ਹੱਡੀ। ਇੱਕ ਵਾਰ ਇੱਥੇ ਗੋਟੀ ਸੀ, ਤਾਂ ਉਹ ਜਦੋਂ ਨੀਲੇ ਪਰਨੇ ਵਾਲਾ ਆਇਆ ਉਹਨੇ ਵੱਢਿਆ, ਮੀਡੀਆ 'ਚ ਵੀ ਆਉਣ ਡਿਆ, ਉਹਨੇ ਵੱਢਿਆ, ਫਿਰ ਮੈਂ ਵਾਰ ਕੀਤੇ, ਫਿਰ ਮੈਥੋਂ ਜੋ ਵੱਢਿਆ ਗਿਆ ਮੈਂ ਵੱਢੇ ਆ। ਕੋਈ ਮੈਂ ਇਸ ਚੀਜ਼ ਦੀ ਨਾ, ਮੈਂ ਇਸ ਚੀਜ਼ ਦੀ ਝੂਠ ਬੋਲਣਾ ਵਾ ਸੰਗਤ ਨਾਲ, ਤੇ ਨਾ ਮੈਂ ਬੋਲੂੰਗਾ। ਜਿਹੜਾ ਕੰਮ ਕੀਤਾ ਵਾ ਉਹ ਕੀਤਾ ਛਰਿਆ। ਮੈਂ ਪਹਿਲਾਂ ਵੀ ਕਹਿੰਦਾ ਹਾਂ, ਮੀਡੀਆ ਦੇ ਵਿੱਚ ਹੀ ਉੱਦਾਂ ਵੀ ਕਹਿੰਦਾ ਹਾਂ ਕਿ ਜਿਹੜਾ ਦਾਸ ਤੇ ਚੜ੍ਹ ਕੇ ਆਊਗਾ ਉਹ ਬਖਸ਼ਿਆ ਨਹੀਂ ਜਾਊਗਾ। ਇਹ ਕਰਕੇ ਅਸੀਂ ਨਹੀਂ ਜੋ ਬਖਸ਼ਿਆ, ਅਸੀਂ ਵੱਢਿਆ। ਪਰ ਇਤਰਾਜ਼ਗੀ ਅੱਜ ਵੀ ਇਸ ਗੱਲ ਦੀ ਆ ਕਿ ਜਿਹੜੀਆਂ ਸਾਡੀਆਂ ਭੈਣਾਂ ਸੀ, ਲੋਕਾਂ ਦੀਆਂ ਧੀਆਂ ਭੈਣਾਂ ਬਚਾਉਂਦੇ ਰਹੇ, ਸਿੱਖਾਂ ਦਾ ਕੰਮ ਹੀ ਲੋਕਾਂ ਦੀਆਂ ਧੀਆਂ ਭੈਣਾਂ ਦੀ ਰੱਖਿਆ ਕਰਨੀ, ਪਰ ਇਹ ਕੰਮ ਅਜੇ ਤੱਕ ਨਹੀਂ ਵੇਖਿਆ ਕਿ ਸਿੱਖ ਦਮਾਲੇ ਵਾਲੀਆਂ ਭੈਣਾਂ ਨੂੰ ਜੁੰਡਿਓਂ ਫੜ ਕੇ, ਪਿੱਛੋਂ ਕੇਸਾਂ ਤੋਂ ਫੜ ਕੇ ਧੂ ਕੇ, ਕੰਘੇ ਕਿਤੇ ਸਾਡੇ ਰੁਲ ਗਏ, ਦਾਸ ਦੇ ਵੀ ਕੰਘਾ ਲੱਭਾ ਨਹੀਂ, ਗਾਤਰਾ ਨਹੀਂ ਲੱਭਾ। ਇਹਨਾਂ ਉਹ ਨਰਾਦਰ ਕੀਤੇ, ਕੋਈ ਗੱਲ ਨਹੀਂ ਕਰਨ ਵਾਲੇ, ਤੇ ਉਹ ਭੈਣਾਂ ਨੂੰ ਧੂ ਕੇ ਲੈ ਗਏ ਅੰਦਰ, ਨਲਾਂ 'ਚ ਲੱਤਾਂ ਵੀ ਮਾਰਦੇ ਖੜੀਆਂ ਇਹਨਾਂ ਮੁੰਡਿਆਂ ਨੇ। ਉਹ ਗੱਲਾਂ ਗੰਦੀਆਂ ਸ਼ਬਦਾਵਲੀ ਬੋਲੀ ਸਾਡੇ ਸਾਹਮਣੇ, ਕੋਈ ਗੱਲ ਨਹੀਂ ਕਰਨ ਵਾਲੀ। ਇਹ ਨਹੀਂ ਆ ਵੀ ਬਾਹਰੋਂ ਕੁੱਟ ਕੇ ਲੈ ਕੇ ਤੇ ਸ਼ਬਦਾਵਲੀ ਅੰਦਰ ਨਹੀਂ ਬੋਲੀ। 10 ਬੰਦੇ ਜਿਹੜੇ ਅੰਦਰ ਉਹਨੂੰ ਗਾਲਾਂ ਕੱਢਣ ਵਾਲੇ ਸੀ ਭੈਣ ਨੂੰ, 10 ਬੰਦਿਆਂ ਨੇ ਰੱਜ ਕੇ ਗਾਲਾਂ, ਕੱਪੜੇ ਪਾਟੇ, ਉਹ ਭੈਣ ਦੇ ਬੁਰੇ ਹਾਲ ਕੀਤੇ। ਤਾਂ ਪਰ ਫਿਰ ਵੀ ਇਹ ਗਾਲਾਂ ਕੱਢਣੋਂ ਜਿਹੜੇ ਆ ਅਖੀਰ ਤੱਕ ਨਹੀਂ ਇਹ ਰੁਕੇ। ਇਹਨਾਂ ਬੰਦਿਆਂ ਇੰਨੀ ਸ਼ਰਮ ਨਹੀਂ ਕੀਤੀ ਕਿ ਇਹ ਭੈਣ ਜਿਹੜੀ ਆ ਦਮਾਲੇ ਵਾਲੀ ਆ, ਇਹ ਅਸੀਂ ਸ਼ਬਦਾਵਲੀ ਜਿਹੜੀ ਕੀ ਕਰਨ ਦੇ ਆ। ਕਿੰਨਾ ਟਾਈਮ ਤੁਹਾਨੂੰ ਬੰਦਕ ਬਣਾ ਕੇ ਰੱਖਿਆ ਸੀ ਅੰਦਰ, ਕਿੰਨਾ ਸਮਾਂ? ਇਹ ਭਾਈ ਸਾਹਿਬ 2.5-3 ਘੰਟੇ ਜਿਹੜਾ ਵਾ ਐ ਬਿਲਕੁਲ 20-20 40-40 ਬੰਦੇ ਇੱਕ ਬੰਦੇ ਦੇ ਉੱਤੇ ਖਿਲਾਰ ਕੇ ਨਾ, ਤੇ ਜਦੋਂ ਕੋ ਮਾੜਾ ਜਿਹਾ ਹਿੱਲਦਾ ਸੀ ਉਦੋਂ ਹੀ ਕੁੱਟਣ ਲੱਗ ਪੈਂਦੇ। ਦਾਸਤ ਨੂੰ ਤੇ ਸਿਰ 'ਚ ਡਾਂਗਾ 2 ਵੱਜ ਗਈਆਂ, ਤੇ ਮੈਂ ਤਾਂ ਉੱਥੇ ਹੀ ਬੇਹੋਸ਼ ਹੋ ਗਿਆ। ਬਾਅਦ 'ਚ ਕਿਰਪਾਨ ਛਡਾਉਂਦੇ ਰਹੇ, ਇੱਥੇ ਮਾਰਦੇ ਰਹੇ ਗੁੱਟਾਂ ਤੇ, ਆ ਵੇਖੋ ਕਿਰਪਾਨ ਖੁਬੀ ਇੱਥੇ, ਗੁੱਟਾਂ ਤੇ ਮਾਰਦੇ ਰਹੇ ਬਹੁਤ ਜ਼ਿਆਦਾ। ਫਿਰ ਕਿਰਪਾਨ ਛੁੱਟੀ ਮੇਰੇ ਕੋ, ਤੇ ਇਹ ਫਿਰ ਬਾਅਦ ਦੇ ਵਿੱਚ ਡਾਂਗਾ ਮਾਰਦਿਆਂ ਲੱਤਾਂ ਤੇ, ਬਾਹਾਂ ਤੇ, ਲੱਕ 'ਚ, ਇਹਨਾਂ ਫਿਰ ਕੋਈ ਕਸਰ ਨਹੀਂ ਛੱਡੀ। ਅੰਨੇ ਵਾਹ ਡਾਂਗਾ ਜਿਹੜੀਆਂ ਘੱਟ ਤੋਂ ਘੱਟ 15-20 ਬੰਦੇ ਸੀ ਜਿਨ੍ਹਾਂ ਵਾਹੀ ਡਾਂਗ ਮੈਨੂੰ। ਫਿਰ ਉੱਥੇ ਅੰਦਰ ਖੜ ਕੇ ਮੈਨੂੰ ਸੁੱਟਤਾ, ਮੈਨੂੰ ਨਹੀਂ 15 ਮਿੰਟ ਹੋਸ਼ ਆਈ। ਇਹ ਪਾਣੀ ਪੂਣੀ ਪਿਆਉਂਦੇ ਰਹੇ, ਮਾਰਦੇ ਰਹੇ, ਮੇਰਾ ਪਾਣੀ ਬਾਹਰ ਆਉਂਦਾ ਰਿਹਾ। ਇੱਕ ਸਿੰਘ ਸਾਡਾ ਵਾਕ ਵੀ ਉਹਨੇ ਦੱਸਿਆ। ਫਿਰ ਖੀਰ ਤੇ ਜਦੋਂ ਮੂੰਹ ਤੇ ਪਾਣੀ ਮਾਰਿਆ ਤਾਂ ਫਿਰ ਮੈਨੂੰ ਜਾ ਕੇ ਮੇਰੀਆਂ ਅੱਖਾਂ ਖੁੱਲੀਆਂ। ਦਿਲਬਾਗ ਸਿੰਘ ਇਲਜ਼ਾਮ ਲਾ ਰਿਹਾ ਕਿ ਤੁਹਾਡੇ ਮੋਰਚੇ ਤੋਂ ਸ਼ਰਾਬ ਫੜੀ ਗਈ, ਉੱਥੇ ਬੋਤਲਾਂ ਫੜੀਆਂ ਗਈਆਂ, ਉਹਦੇ ਬਾਰੇ ਕੀ ਕਹਿਣਾ? ਭਾਈ ਸਾਹਿਬ ਗੱਲ ਤੇ ਇਹੋ ਹੀ ਆ ਵੀ ਆਪੇ ਮੈਂ ਰੱਜੀ ਪੁੱਜੀ ਤੇ ਆਪੇ ਹੀ ਮੇਰੇ ਬੱਚੇ ਜੀ ਨੇ ਮੇਰੇ ਵੀ ਗਲ ਆ ਕੇ ਅੰਦਰ ਪੈ ਗਏ। ਕਹਿੰਦੇ ਇਹ ਵੀ ਗੱਲ ਕਹਿਣ ਦੇ ਨਾ ਅੰਦਰ ਪੈ ਗਏ। ਤੇ ਜੇ ਤੁਸੀਂ ਉੱਤੇ ਕੈਮਰੇ ਜਿਹੜੇ ਤਕੜੇ ਲਾਏ, ਜਦੋਂ ਸ਼ਰਾਬ ਦੀਆਂ ਪੇਟੀਆਂ ਆਈਆਂ ਉਦੋਂ ਕਿੱਥੇ ਸੁੱਤੇ ਹੋ? ਤੁਹਾਡੇ ਮੁਲਾਜ਼ਮਾਂ ਦੀ ਘੱਟ ਤੋਂ ਘੱਟ ਵੀ 2-4 ਮੁਲਾਜ਼ਮਾਂ ਦੀ ਸਾਡੇ ਵਿੱਚ ਡਿਊਟੀ ਲੱਗੀ ਸੀ। ਸਾਨੂੰ ਇਹ ਨਹੀਂ ਆ ਵੀ ਪਤਾ ਨਹੀਂ ਲੱਗਦਾ, ਸਾਡੇ ਵਿੱਚ ਭਾਏ ਜਾਂਦੇ ਸੀ ਮੁਲਾਜ਼ਮ। ਇਹਨਾਂ ਦੇ 4-5 ਬਜ਼ੁਰਗ ਮੁਲਾਜ਼ਮ ਬੈਠੇ, ਸਾਨੂੰ ਕੋਈ ਇਤਰਾਜ਼ਗੀ ਨਹੀਂ, ਕਿਉਂਕਿ ਅਸੀਂ ਕੋਈ ਗਲਤ ਗੱਲ ਨਹੀਂ ਕਰਦੇ, ਕੋਈ ਗਲਤ ਸ਼ਬਦਾਵਲੀ ਨਹੀਂ। ਅਸੀਂ ਤਾਂ ਕਿਹਾ ਬੈਠੇ ਰਹਿਣਾ। ਪਰ ਇਹ ਜਿਹੜਾ ਕੰਮ ਕੀਤਾ ਇਹਨਾਂ, ਜਿਹੜਾ ਬੀਅਰ ਵਾਲਾ, ਇੱਥੇ ਬੀਅਰ ਨਿਕਲੀ, ਇੱਥੇ ਆਹ ਚੀਜ਼ ਨਿਕਲੀ, ਜਿਹੜੀਆਂ ਝੂਠੀਆਂ ਗੱਲਾਂ ਅਸੀਂ ਅੱਜ ਵੀ ਕਹਿੰਦੇ ਆ। 10 ਮੈਂਬਰ ਤੁਹਾਡੇ, 7 ਮੈਂਬਰ ਜਿਹੜੇ ਆ ਸਾਡੇ ਮੌਕੇ ਦੇ, ਖੋਸੇ ਤੇ ਵੀ ਇਹ ਅੰਜਾਮ ਲਾਉਂਦੇ ਆ ਕਿ ਉਹ ਸ਼ਰਾਬ ਪੀ ਕੇ ਅੰਦਰ ਆ ਗਿਆ। ਆਪਾਂ ਡਰੋਪ ਟੈਸਟ ਕਰਾ ਲੈਂਦੇ ਆ, 7 ਬੰਦੇ ਤੁਹਾਡੇ ਅਸੀਂ ਲਾਂਗੇ, 7 ਸਾਡੇ ਲੈ ਲਓ। ਜਿਹੜੇ ਬੰਦੇ ਦਾ ਨਿਕਲ ਆਇਆ, ਨਸ਼ਾ ਨਿਕਲ ਆਇਆ ਡਰੋਪ ਟੈਸਟ ਦੇ ਵਿੱਚ, ਉਸ ਬੰਦੇ ਦੀ ਮੌਕੇ ਤੇ ਧੌਣ ਲਾਈ ਜਾਵੇ। ਚਾਹੇ ਅਸੀਂ ਵੀ ਲਿਖਤੀ ਰੂਪ ਦਾਂਗੇ 7 ਬੰਦੇ, ਉਹ ਵੀ ਲਿਖਤੀ ਰੂਪ ਜਿਹੜੇ ਅਸੀਂ ਕੱਢਨੇ ਉਹਨਾਂ ਚੋਂ, ਉਹ ਵੀ 7 ਆਗੂ ਜਿਹੜੇ ਆ ਉਹ ਵੀ ਲਿਖਤੀ ਰੂਪ ਦੇ ਦੇਣ।
ਸੱਤਾਂ ਦੀਆਂ ਉਹਨਾਂ ਦੀਆਂ ਧੌਣਾਂ ਅਸੀਂ ਲਾਵਾਂਗੇ, ਉਹ ਸਾਡੀ ਲਾਈ ਜਾਣੇ ਇੱਕ ਇੱਕ ਕਰਕੇ, ਉਹ ਸਾਡੀ ਲਾਈ ਜਾਣ, ਜਿਹੜਾ ਸਾਡਾ ਨਸ਼ਾ ਹੀ ਨਿਕਲਾਵੇ ਉਹਦੀ ਉਹ ਧੌਣ ਸਾਡੀ ਲਾਈ ਜਾਵੇ ਤੇ ਉਹਨਾਂ ਦੀ ਅਸੀਂ ਲਾਈ ਜਾਵਾਂਗੇ। ਮੌਕੇ ਤੇ ਪਤਾ ਲੱਗੂਗਾ ਵੀ ਇਹ ਕੌਣ ਨਸ਼ਈ ਹੈ ਤੇ ਕੌਣ ਨਹੀਂ। ਸੁਖਜੀਤ ਸਿੰਘ ਖੋਸੇ ਦੀਆਂ ਵੀਡੀਓ ਵਾਇਰਲ ਹੋ ਰਹੀਆਂ, ਕਿਹਾ ਜਾ ਰਿਹਾ ਕਿ ਦਰਬਾਰ ਸਾਹਿਬ ਜਾ ਕੇ ਬੇਅਦਬੀਆਂ ਨੇ ਕੀਤੀਆਂ, ਉੱਥੇ ਬੱਚੀਆਂ ਨੂੰ ਛੇੜਛਾੜ ਕੀਤੀ ਗਈ ਆ, ਸ਼ਰਾਬ ਪੀਣ ਵਾਲੀ ਵੀਡੀਓ ਤੁਸੀਂ ਦੱਸ ਹੀ ਰਹੇ। ਭਾਈ ਸਾਹਿਬ ਕਿੱਡੀ ਸ਼ਰਮ ਵਾਲੀ ਗੱਲ ਆ, ਉਸ ਬੰਦੇ ਦੀ ਧੀ ਨਾਲ ਰਹੀ ਇੱਥੇ, ਨਾਲ ਉਹਦੀ ਸਿੰਘਣੀ ਇੱਥੇ ਰਹੀ, ਸਿੰਘਣੀ ਉਹਦੀ ਨਾਲ ਜਾਂਦੀ ਰਹੀ, ਹਾਂ ਉਹਦੀ ਬੱਚੀ ਨਾਲ ਜਾਂਦੀ ਰਹੀ। ਜਿਹਦੀ 20 ਸਾਲ ਦੀ ਬੱਚੀ ਆ ਉਹ ਨਾਲ ਜਾਂਦੀ ਹੋਊ, ਉਹ ਬੰਦਾ ਇਹ ਹਰਕਤ ਕਰੂ। ਭਾਈ ਸਾਹਿਬ ਆਪਾਂ ਵੀ ਉਹ ਬੰਦੇ ਆ, ਉਹ ਇੱਕ ਦੂਜਾ ਆਪਣੀ ਜਥੇਬੰਦੀ ਦਾ ਆਗੂ ਹੋਵੇ, ਇੱਕ ਇਹ ਨਹੀਂ ਆ ਵੀ ਜਥੇਬੰਦੀ ਦਾ ਆਗੂ ਹੋਵੇ ਇੱਥੇ ਧਰਨੇ ਦੇ ਵਿੱਚ ਜਿਹੜਾ ਮੋਰਚੇ ਦੇ ਵਿੱਚ ਮੋਹਰੀ ਹੋਵੇ ਬੰਦਾ, ਉਹ ਬੰਦਾ ਇਹੋ ਜਿਹੀ ਹਰਕਤ ਕਰ ਸਕਦਾ? ਇਹ ਤਾਂ ਜਾਣ ਕੇ ਝੂਠੇ ਅੰਜਾਮ, ਜਿਹੜੀਆਂ ਝੂਠੀਆਂ ਗੱਲਾਂ, ਕਦੀ ਕਹਿ ਦਿੰਦੇ ਆ ਆਗੂ ਵੇਗੇ, ਕਦੀ ਕਹਿ ਦਿੰਦੇ ਆ ਕੁਝ ਆ, ਕਦੀ ਕੁਝ ਆ, ਝੂਠੀਆਂ ਗੱਲਾਂ ਜਿੰਨੀਆਂ ਮਰਜ਼ੀ ਬਣਾ ਲੈਣ। ਗੁਰੂ ਸਾਹਿਬ ਜਾਣਦਾ, ਗੁਰੂ ਸਾਹਿਬ ਕਰਕੇ ਆ ਕੇ ਬੈਠੇ ਸਾਂ, ਆ ਜਿਹੜੀਆਂ ਮੋਹਰਾਂ ਲੱਗੀਆਂ ਇਹ ਸਾਨੂੰ ਥਾਪੀਆਂ ਮਿਲੀਆਂ ਗੁਰੂ ਸਾਹਿਬ ਦੀਆਂ ਵੀ ਸਿੰਘੋ ਤਕੜੇ ਹੋ ਜਾਓ, ਪ੍ਰਵਾਹ ਨਾ ਕਰੋ। ਸਾਨੂੰ ਇਸ ਚੀਜ਼ ਦੀ ਪ੍ਰਵਾਹ ਕੋਈ ਨਹੀਂ, ਪਰ ਨਰੇਣੂ ਮੰਤਾਂ ਤੋਂ ਘੱਟ ਕੰਮ ਕੋਈ ਨਹੀਂ ਕੀਤਾ ਇਹਨਾਂ ਚਾਰ ਭਾਜੀਆਂ ਜਿਹੜੀਆਂ ਵੱਧ ਪਾਈਆਂ ਵਾ, ਅਜੇ ਤੱਕ ਇਹ ਕੰਮ ਨਹੀਂ ਹੋਇਆ ਜਿਹੜਾ ਕੰਮ ਇਹਨਾਂ ਕਰ ਵਿਖਾਇਆ। ਅਗਲੀ ਰਣਨੀਤੀ ਕੀ ਹੋਊਗੀ? ਮੋਰਚਾ ਕਿਵੇਂ ਸਮਾਪਤੀ ਆ ਹੁਣ? ਨਹੀਂ ਸਮਾਪਤੀ ਨਹੀਂ, ਚੱਲਦਾ ਤਾਂ ਇਸ ਤਰ੍ਹਾਂ ਰਹੂ, ਪਰ ਮੇਰੇ ਮੋਰਚੇ ਦੀ ਦਿਸ਼ਾ ਬਦਲ ਗਈ। ਇਹਨਾਂ ਦੇ ਮੋਰਚੇ ਦਾ ਮੈਨੂੰ ਨਹੀਂ ਪਤਾ, ਪਰ ਮੇਰੇ ਮੋਰਚੇ ਦੀ ਦਿਸ਼ਾ ਬਦਲੀ ਆ, ਕਿਉਂਕਿ ਮੈਂ ਹੁਣ ਜਿਹੜਾ ਮੋਰਚਾ ਲਾਉਣਾ ਇਹਨਾਂ ਦੇ ਘਰਾਂ ਦੇ ਵਿੱਚੋਂ ਖਿੱਚ ਕੇ ਤੇ ਇਹਨਾਂ ਦੇ ਛਿੱਤਰ ਮਾਰਨੇ ਸਿਰ 'ਚ। ਮੇਰਾ ਮੋਰਚਾ ਤਾਂ ਇਹ ਜੋਣ, ਹੁਣ ਮੇਰਾ ਮੋਰਚਾ ਉਹ ਨਹੀਂ ਆ। ਮੇਰਾ ਮੋਰਚਾ ਵੀ ਇਹਨਾਂ ਦੇ ਘਰਾਂ ਦੇ ਵਿੱਚੋਂ ਮੈਂ ਧੂਗੇ ਲਿਆਉਂਗਾ ਤੇ ਇਹਨਾਂ ਦੀਆਂ ਤਸੱਲੀਆਂ ਕਰਾਉਂਗਾ, ਜਿੱਦਾਂ ਇਹਨਾਂ ਸਾਡੀਆਂ ਭੈਣਾਂ ਦੀਆਂ ਕੀਤਾ। ਮੈਨੂੰ ਆਪਣੇ ਆਪ ਦਾ ਦੁੱਖ ਨਹੀਂ, ਕਿਉਂਕਿ ਉਹਨਾਂ ਮੈਨੂੰ ਵੱਢਿਆ ਤੇ ਮੈਂ ਉਹਨਾਂ ਨੂੰ ਵੱਢਿਆ, ਮੈਨੂੰ ਉਸ ਚੀਜ਼ ਦਾ ਦੁੱਖ ਨਹੀਂ, ਪਰ ਜਿਹੜਾ ਸਾਡੀਆਂ ਭੈਣਾਂ ਦਾ ਇਹਨਾਂ ਨਰਾਦਰ ਕੀਤਾ ਨਾ, ਉਹ ਚੀਜ਼ ਮੈਨੂੰ ਨਹੀਂ ਬਰਦਾਸ਼ਤ ਹੋਣ ਦੀ, ਨਾ ਉਦੋਂ ਦਾ ਮੈਨੂੰ ਚੈਨ ਆਉਣ ਡਿਆ। ਮੈਂ ਉਹ ਕਰਕੇ ਸਰਕਾਰੀ ਹਸਪਤਾਲ ਕਿਸੇ ਦਾਖਲ ਨਹੀਂ ਹੋਇਆ, ਮੈਂ ਕਿਸੇ ਨੂੰ ਨਹੀਂ ਦੱਸਿਆ ਮੈਂ ਕਿੱਥੇ ਆ, ਮੈਂ ਇਕੱਲਾ ਰਿਹਾ ਵਾਂ, ਕਿਸੇ ਸਿੰਘ ਨੂੰ ਨਹੀਂ ਪਤਾ। ਇੱਥੇ ਜਿਹੜਾ ਮੇਰੇ ਅੰਦਰ ਸੀਨੇ ਜਿਹੜੇ ਅੱਗ ਲੱਗੀ ਆ ਨਾ, ਜਿਹੜੀਆਂ ਭੈਣਾਂ ਦਾ ਨਰਾਦਰ ਕੀਤਾ, ਉਸ ਚੀਜ਼ ਦਾ ਬਦਲਾ ਜ਼ਰੂਰ ਲਵਾਂਗੇ। ਕਾਨੂੰਨ ਕੀ ਹੁੰਦਾ ਭਾਈ ਸਾਹਿਬ? ਕਾਨੂੰਨ ਨੂੰ ਮੈਂ ਮੰਨਦਾ ਹੀ ਨਹੀਂ। 6 ਬੰਦੇ ਕਾਨੂੰਨ ਦੇ ਖੜਿਆਂ, ਭਾਈ ਤਰਲੋਚਨ ਸਿੰਘ, ਭਾਈ ਆਪਣਾ ਰਮਨਦੀਪ ਸਿੰਘ ਰਾਹੀ ਤੇ 4 ਬੰਦੇ ਹੋਰ ਉਹਨਾਂ ਦੇ ਨਾਲ ਕਾਨੂੰਨ ਕੋਲ ਖਲੋਤਾ ਜਦੋਂ ਸਾਨੂੰ ਕੱਢਣ ਦੇ ਸੀ। ਉਸ ਕਾਨੂੰਨ ਨੇ ਖਿੱਚ ਕੇ ਅੰਦਰ ਜਿਹੜੇ ਕਰਵਾਏ ਬੰਦੇ ਤਾਂ ਉਹਨਾਂ ਰੱਜ ਕੇ ਸਿਰ ਪਾੜ ਕੇ ਰੀੜ ਦੀ ਹੱਡੀ ਤੋੜ ਕੇ ਉਹਦੀ, ਤੇ ਫਿਰ ਉਹ ਬੰਦੇ ਬਾਹਰ ਸੁੱਟੇ। ਕਿਹੜੇ ਕਾਨੂੰਨ ਦੀਆਂ ਗੱਲਾਂ ਕਰਦੇ ਜੋ ਤੁਸੀਂ ਭਾਈ ਸਾਹਿਬ? ਉਸ ਕਾਨੂੰਨ ਨੂੰ ਮੈਂ ਨਹੀਂ ਮੰਨਦਾ, ਨਾ ਹੀ ਪਹਿਲਾਂ ਮੰਨਦੇ ਹਾਂ, ਨਾ ਹੀ ਅੱਜ ਮੰਨਦੇ ਹਾਂ ਤੇ ਨਾ ਹੀ ਮੰਨਾਂਗੇ। ਜੋ ਸਾਡੇ ਤੇ ਕਰਨਾ, ਮੈਂ ਤਾਂ ਉਦੋਂ ਵੀ ਉੱਥੇ ਕਹਿਤਾ ਸੀ, ਮੈਂ ਅੰਦਰ ਬੈਠਿਆ ਇਹਨਾਂ ਦੇ ਵਿੱਚ ਮੁਲਾਜ਼ਮਾਂ ਤੇ ਕਿਹਾ ਸੀ ਵੀ ਮਿੱਤਰੋ ਇੱਕ ਗੱਲ ਯਾਦ ਰੱਖੋ, ਤੁਹਾਡੇ ਆਲੀ ਹੁਣੀ, ਤੁਹਾਡੇ ਆ ਦੂਜੇ ਜਿਹੜੇ ਆਏ ਪੂਰੇ ਹੁਣੀ, ਮੈਂ ਨਹੀਂ ਜੋ ਬਖਸ਼ਣੇ, ਮੈਨੂੰ ਇੱਥੇ ਗੋਲੀ ਮਾਰ ਦਿਓ, ਮੈਨੂੰ ਇੱਥੇ ਗੋਲੀ ਮਾਰ ਦਿਓ, ਮੈਨੂੰ ਵੜ ਦਿਓ, ਕਿਉਂਕਿ ਹੁਣ ਤਾਂ ਤੁਸੀਂ ਕੰਮ ਕੀਤਾ ਵਾ, ਤੁਹਾਡਾ ਬਹਾਨਾ ਬਣਿਆ। ਪਰ ਜੇ ਮੈਂ ਬਾਹਰ ਨਿਕਲ ਗਿਆ, ਜੇ ਮੈਂ ਆਜ਼ਾਦ ਹੋ ਗਿਆ, ਮੈਂ ਬਖਸ਼ਣਾ ਨਹੀਂ ਜੋ ਕੋਈ। ਮੈਂ ਬਾਰ-ਬਾਰ ਆਨਾ, ਕਿਉਂਕਿ ਬਖਸ਼ਣਾ ਕਿਉਂ ਨਹੀਂ? ਕਿਉਂਕਿ ਸਾਡੀਆਂ ਭੈਣਾਂ ਦੇ ਨਰਾਦਰ ਕੀਤੇ ਆ। ਅਜੇ ਤੱਕ ਅਸੀਂ ਲੋਕਾਂ ਦੀਆਂ ਧੀਆਂ ਭੈਣਾਂ ਦੀ ਰੱਖਿਆ ਕਰਦੇ ਰਹੇ, ਪਰ ਇਹ ਕੰਮ ਨਹੀਂ ਸੀ ਅਜੇ ਤੱਕ ਹੋਇਆ ਕਿ ਅਸੀਂ ਕਿਸੇ ਆਪਣੀ ਭੈਣ ਦੇ ਦਮਾਲੇ ਲਾਏ ਹੋਣ ਦਾ, ਨਲਾਂ 'ਚ ਲੱਤਾਂ ਮਾਰੀਆਂ ਹੋਣ। ਉਸ ਚੀਜ਼ ਦਾ ਇੱਥੇ ਜਿਹੜਾ ਕਿੱਲ ਖੁੱਭਿਆ, ਉਹ ਚੀਜ਼ ਸੰਗਤ ਵੀ ਇਹਨਾਂ ਕੋਲ ਜਵਾਬ ਮੰਗੇ। ਇਹ 10 ਕੱਲੇ ਦੀਆਂ ਭੈਣਾਂ ਨਹੀਂ, ਇਹ ਸਾਰੀ ਕੌਮ ਦੀਆਂ ਭੈਣਾਂ, ਮਾਵਾਂ, ਸਾਰੀ ਕੌਮ ਦੀਆਂ। ਇਹਨਾਂ ਜਥੇਦਾਰ ਸਾਡੇ ਜਿਹੜੇ ਸਾਡੀ ਕੌਮ ਦੇ ਆਗੂ ਨੇ, ਇਹਨਾਂ ਦੇ ਚਰਨਾਂ 'ਚ ਬੇਨਤੀ ਆ ਕਿ ਇਹਨਾਂ ਕੋਲ ਸਵਾਲ ਕਰੋ ਕਿ ਇਹ ਕਿਦਨ ਦੀ ਮਰਜ਼ਾਦਾ ਆਪਾਂ ਬੰਨਤੀ ਕਿ ਜਿਹੜੀਆਂ ਭੈਣਾਂ ਦੀਆਂ ਨਲਾਂ 'ਚ ਤੇ ਗੰਦੀਆਂ ਗਾਲਾਂ, ਇਹ ਕਿਦਨ ਦੇ ਕੰਮ ਕੱਪੜੇ ਪਾੜਨੇ ਅਸੀਂ ਚਾਲੂ ਕਰਤੇ। ਇਸ ਚੀਜ਼ ਦਾ ਜਵਾਬ ਜ਼ਰੂਰ ਦੇਣ ਕੌਮ ਨੂੰ। ਲਾਸਟ ਵਿੱਚ ਇੱਕ ਗੱਲ ਦੱਸੋ, ਕਿਹਾ ਜਾਂਦਾ ਕਾਂਗਰਸ ਵੱਲੋਂ ਮੋਰਚਾ ਲਾਇਆ ਗਿਆ ਵਾ, ਪ੍ਰਧਾਨ ਸਾਹਿਬ ਬਾਰ-ਬਾਰ ਇਹ ਕਹਿ ਰਿਹਾ, ਜਿੱਥੇ ਸਪੀਚ ਹੁੰਦੀ ਆ ਉਹ ਕਹਿੰਦੇ ਕਾਂਗਰਸ ਨੇ ਮੋਰਚਾ ਲਵਾਇਆ ਸੀ। ਮੋਰਚਾ ਜੇ ਕਾਂਗਰਸ ਨੇ ਲਾਇਆ ਤੇ ਕਈ ਵਾਰ ਸਾਨੂੰ ਤਲਬੀਰ ਮਿਲਣ ਆਇਆ ਇੱਥੇ, ਕਈ ਵਾਰ ਤਲਬੀਰ ਆਇਆ, ਕਈ ਵਾਰ ਕੋਈ ਆਇਆ, ਕਈ ਵਾਰ ਕੋਈ ਆਇਆ, ਕਈ ਵਾਰ ਇਹਨੇ ਵੀ ਆ ਜਿਹੜਾ ਬੰਦਾ ਕਹਿਣ ਡਿਆ ਵਾ ਇਹ ਪ੍ਰਧਾਨ ਆ, ਇਹਨੂੰ ਵੀ ਸਾਡੇ ਜਿਹੜੀ ਜਥੇਬੰਦੀ ਆ, ਸਾਡੇ 7 ਮੈਂਬਰ ਆ, ਇਹਨੂੰ ਵੀ ਮਿਲ ਕੇ ਕਹਿੰਦਾ ਵੀ ਤੁਹਾਡਾ ਮਸਲਾ ਹੱਲ ਕਰ ਦਿੰਨੇ ਆ। ਫਿਰ ਸਿੰਘ ਸਾਹਿਬ ਨੂੰ ਵੀ ਮਿਲ ਕੇ ਆਏ। ਅਸੀਂ ਕੋਈ ਝੁਕਣ ਨਾਲੋਂ ਕਸਰ ਨਹੀਂ ਗੁਰੂ ਸਾਹਿਬ ਕਰਕੇ ਛੱਡੀ, ਅਸੀਂ ਹਰ ਇੱਕ ਬੰਦੇ ਅੱਗੇ ਝੁਕੇ ਆ ਵੀ ਭਾਈ ਸਾਹਿਬ ਇਨਸਾਫ ਜਿਹੜਾ ਗੁਰੂ ਸਾਹਿਬ ਦਾ ਸਾਨੂੰ ਮਿਲ ਜੇ। ਅਸੀਂ ਜਿੱਦਾਂ ਵੀ ਝੁਕਿਆ ਗਿਆ ਅਸੀਂ ਝੁਕੇ ਇਹਨਾਂ ਅੱਗੇ, ਪਰ ਇਹਨਾਂ ਬੰਦਿਆਂ ਕੋਈ ਇਨਸਾਫ ਨਹੀਂ ਦਿੱਤਾ। ਅੱਜ ਕਹਿੰਦੇ ਕੋਈ ਟੇਬਲ ਟੋਕ ਨਹੀਂ ਇਹਨਾਂ ਕੀਤੀ, ਚੱਜ ਨਾਲ ਕੋਈ ਨਹੀਂ ਕੀਤੀ। ਅਸੀਂ ਘੱਟ ਤੋਂ ਘੱਟ ਵੀ ਇਹਨਾਂ ਨਾਲ 10 ਮੀਟਿੰਗਾਂ ਕੀਤੀਆਂ ਅਸੀਂ ਗਿਣਾ ਸਕਦੇ ਹਾਂ। ਜਿਹੜੇ ਨਾਲ ਕੀਤੀ ਆ ਉਹ ਆਪਣੇ ਬੱਚੇ ਲੈ ਕੇ ਗੁਰੂ ਸਾਹਿਬ ਦੇ ਸਾਹਮਣੇ ਆ ਕੇ ਇੰਨੀ ਗੱਲ ਕਰਦੇ ਤੇ ਫਿਰ ਅਸੀਂ ਦੇਣਦਾਰ ਹੋਵਾਂਗੇ ਕੌਮ ਦੇ। ਕਾਂਗਰਸ ਦੇ ਮੋਰਚੇ ਬਾਰੇ ਦੀ ਗੱਲ ਦੱਸੋ। ਕਾਂਗਰਸ ਦੀ ਜਿਹੜੀਆਂ ਝੂਠੀਆਂ ਗੱਲਾਂ, ਉਹ ਤੇ ਜਿੱਦਾਂ ਸ਼ਰਾਬ ਦੀਆਂ ਇੱਥੋਂ ਪੇਟੀਆਂ ਨਿਕਲੀਆਂ, ਝੂਠ ਤਾਂ ਭਾਵੇਂ ਜਿੰਨਾ ਮਰਜ਼ੀ ਇਹਨਾਂ ਬੰਦਿਆਂ 'ਚ ਇੰਨਾ ਝੂਠ ਵੇਖੋ। ਗੁਰੂ ਘਰ ਦਾ ਇਹਨਾਂ ਇਹ ਨਹੀਂ ਸੋਚਿਆ ਵੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਬੈਠੇ ਆ ਸਿੰਘ ਭਾਵਨਾ ਵਾਲੇ ਆ,
ਤੇ ਉਹਨਾਂ ਦੇ ਏਡਾ ਤਕੜਾ ਅੰਜਾਮ ਲਾਉਣ ਲੱਗੇ। ਕਮ ਸੇ ਕਮ ਸੋਚੀਏ ਤਾਂ ਸਹੀ ਕਿਹੜਾ ਅੰਜਾਮ ਨਹੀਂ। ਇੱਕ ਕਾਂਗਰਸ ਦੀ ਤੇ ਛੋਟੀ ਜੀ ਗੱਲ ਹੈ ਭਾਈ ਸਾਹਿਬ, ਸ਼ਰਾਬ ਦੇ ਅੰਜਾਮ ਸਾਡੇ ਤੇ ਲਾਤੇ, ਸਮੈਕ ਦੇ ਲਾਤੇ, ਬੱਚੀਆਂ ਨੂੰ ਛੇੜਨ ਦੇ ਲਾਤੇ। ਇਹ ਤੋਂ ਵੱਡਾ ਕਾਲਖ ਸਾਡੇ ਤੇ ਕੀ ਲਵਾਉਣੀ ਸੀ ਨਾ। ਪਰ ਨਹੀਂ, ਸਾਨੂੰ ਫਕਰ ਹੈ ਆਪਣੇ ਗੁਰੂ ਤੇ। ਗੁਰੂ ਸਾਡੇ ਨਾਲ ਬੈਠਾ ਸੀ, ਕਹਿੰਦੇ ਹੁੰਦੇ ਜਾਂ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੇ। ਪਰਵਾਹ ਨਹੀਂ ਕਿਸੇ ਦੀ, ਕੋਈ ਅੱਜ ਤੱਕ ਖੌਫ ਨਹੀਂ ਸਾਨੂੰ। ਮੈਨੂੰ ਬੜੇ ਸਿੰਘ ਕਹਿੰਦੇ ਯਾਰ 307 ਦਾ ਪਰਚਾ ਹੋ ਗਿਆ। ਮਹਾਂ ਮੈਂ ਸਿਰ ਤੇ ਚੁੱਕਣਾ। ਤੁਹਾਡੇ ਵੱਲੋਂ ਵੀ ਹੋਇਆ ਪਰਚਾ, ਕੋਈ ਕ੍ਰਾਸ ਪਰਚਾ? ਭਾਈ ਸਾਹਿਬ ਕੁਝ ਪਰਚੇ ਜਿਹੜੇ ਆ ਉਹ ਕਰਨ ਦੇ ਆ, ਭਾਈ ਸਾਹਿਬ ਹੁਣੀ ਮੁਸਲ ਸਾਹਿਬ ਹੁਣੀ ਕਰਨ ਦੇ ਆ, ਇਹਦੇ ਬਾਰੇ ਉਹਨਾਂ ਨੂੰ ਨੌਲੇਜ ਆ। ਤੁਹਾਡੇ ਵੱਲੋਂ ਮੇਰੇ ਵੱਲੋਂ ਮੈਂ ਕੀਤਾ ਹੈਗਾ ਵਾ। ਇਹਨਾਂ ਸਿੰਘ ਆਏ ਸੀ ਮੈਥੋਂ 5 ਸਿੰਘ, ਮੇਰਾ ਇਰਾਦਾ ਨਹੀਂ ਸੀ, ਮੈਂ ਅੱਡ ਬੈਠਾ ਸਾਂ। ਮੈਂ ਤਾਂ ਉਦੋਂ ਵੀ ਐਲਾਨ ਕੀਤਾ ਹੈ ਕਿ ਮੈਂ ਪਰਚੇ ਦੇ ਹੱਕ 'ਚ ਨਹੀਂ, ਮੈਂ ਇਹ ਕਾਨੂੰਨ ਨੂੰ ਨਹੀਂ ਮੰਨਦਾ। ਪਰ ਭਾਈ ਸਾਹਿਬ ਹੁਣ ਕਹਿੰਦੇ ਕਿ ਸਾਡੀਆਂ ਬੱਚੀਆਂ ਮੀਆਂ ਨਾਲ, ਸਾਡੇ ਛੋਟੇ ਬੱਚੇ ਵੀ ਜਿਨ੍ਹਾਂ ਦੀਆਂ ਬਾਹਾਂ ਟੁੱਟੀਆਂ, ਗਰੀਬ ਸਿੱਖ ਵੀ ਆ ਨਾਲ, ਉਹਨਾਂ ਦਾ ਬੁਰਾ ਹਾਲ ਹੋ ਜਾਣਾ ਵਾ। ਇਸ ਕਰਕੇ ਭਾਈ ਸਾਹਿਬ ਨਾਲ ਹੱਥ ਜੋੜ ਕੇ ਜਿਹੜੀ 6 ਮੈਂਬਰੀ ਕਮੇਟੀ ਇਹਨਾਂ ਬੇਨਤੀ ਕੀਤੀ ਕਿ ਨਹੀਂ, ਅੜੀ ਨਾ ਕਰੋ, ਕਾਰਵਾਈ ਜ਼ਰੂਰ ਕਰਾਈਏ ਤੇ ਇਹ ਜਿਹੜੀਆਂ ਭੈਣਾਂ ਬਦੋਸ਼ੀਆਂ ਇਹ ਕਿਤੇ ਫੇਰ ਨਾ ਕਿਤੇ ਅੰਦਰ ਚਲ ਜਾਣ। ਇਸ ਕਰਕੇ ਦਾਸ ਨੂੰ ਥੋੜਾ ਝੁਕਣਾ ਪਿਆ। ਕਾਰਵਾਈ ਕਰਵਾ ਰਹੇ ਆ ਤੇ ਵੱਡ ਫੱਟ ਹੋਈ ਆ। ਉਹ ਜੋ ਵੀ ਆ ਫੈਸਲਾ ਜੋ ਹੋਊਗਾ ਉਹ ਮੌਕੇ ਤੇ ਗੁਰੂ ਸਾਹਿਬ ਜਾਣਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਵੇਖੋ, ਅੱਜ ਦਾ ਜਿਹੜਾ ਸੰਕੇਤਕ ਧਰਨਾ ਸੀ ਉਹ ਤੇ ਸੀ ਕਿ ਜਿਹੜੇ ਸਿੰਘਾਂ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਮਲਾ ਕਰਕੇ ਉਹਨਾਂ ਨੂੰ ਮਾਰਿਆ, ਕੁੱਟਿਆ ਤੇਜ਼ਧਾਰ ਹਥਿਆਰਾਂ ਨਾਲ ਤੇ ਦੂਜੇ ਡਾਂਗਾਂ ਛੋਟਿਆਂ ਦੇ ਨਾਲ ਬਹੁਤ ਬੁਰੀ ਤਰ੍ਹਾਂ ਸੱਟਾਂ ਲਾਈਆਂ ਨੇ। ਜਿਹੜੇ ਉਹਨਾਂ ਦੇ ਕਕਾਰਾਂ ਦੀ ਬੇਅਦਬੀ ਕੀਤੀ ਗਈ, ਦਸਤਾਰਾਂ ਲਾਈਆਂ ਗਈਆਂ, ਇਹਨਾਂ ਸਾਰਿਆਂ ਦੇ ਉੱਤੇ ਜਿਹੜਾ ਵੀ ਪੈਂਸ ਬਣਦਾ ਵਾ ਉਹਦੇ ਵਿੱਚ ਕੇਸ ਦਰਜ ਕੀਤਾ ਜਾਏ। ਤੇ ਉਹ ਇੱਥੇ FIR ਲੈ ਕੇ ਆਏ ਆ। ਉਹ FIR ਦੇ ਵਿੱਚ ਤੇ ਸਿਰਫ 323 ਦਾ ਹੀ ਜਿਹੜਾ ਵਾ ਉਹ ਵੀ ਕ੍ਰਾਸ ਕੇਸ ਦਰਜ ਕੀਤਾ। FIR ਤੇ ਉਹਨਾਂ ਵੱਲੋਂ ਦਰਜ ਹੋ ਗਈ। ਇਹ ਆ ਅਗਲਾ ਹੁਣ ਪੰਥ ਨੇ ਸੋਚਣਾ। ਇਹਦੇ ਵਾਸਤੇ ਇੱਕ ਮੀਟਿੰਗ ਬੁਲਾਉਣੀ ਚਾਹੀਦੀ ਆ। ਮੀਟਿੰਗ ਦੇ ਵਿੱਚ ਜਿਹੜੀਆਂ ਪੰਥਕ ਧਿਰਾਂ ਨੇ, ਪੰਥ ਦੇ ਨੁਮਾਇੰਦੇ ਨੇ, ਉਹ ਫੈਸਲਾ ਕਰਨ ਕਿ ਅਗਲਾ ਐਕਸ਼ਨ ਕੀ ਹੋਣਾ ਚਾਹੀਦਾ ਵਾ। ਜਿਹਦੇ ਵਿੱਚ ਮੇਰਾ ਵਿਚਾਰ ਹੈ, ਮੈਂ ਇੱਥੇ ਵੀ ਦੇਤਾ ਕਿ ਵਰਤਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਖਾਲਸਾ ਪੰਥ ਦੀ ਨੁਮਾਇੰਦਗੀ ਨਹੀਂ ਕਰਦੀ। ਉਹ ਬਾਦਲ ਪਰਿਵਾਰ ਦੇ ਗਲਬੇ ਹੇਠ ਆ ਤੇ ਬਾਦਲ ਪਰਿਵਾਰ ਹਿੰਦੂਤਵੀ ਸੋਚ ਦਾ ਮੋਹਰਾ ਵਾ। ਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਵੱਡੇ ਵੱਡੇ ਅਹੁਦੇਦਾਰ ਨੇ, ਉਹ ਦੇਹਧਾਰੀ ਗੁਰੂ ਦਮ ਦੇ ਪੈਰਾਂ ਵਿੱਚ ਬੈਠਣ ਵਾਸਤੇ ਵੀ ਤਨਖਾਹ ਲਵਾ ਚੁੱਕੇ ਨੇ। ਫਿਰ ਪਾਵਨ ਸਰੂਪਾਂ ਦੇ ਮਾਮਲੇ ਤੇ ਵੀ ਤਨਖਾਹੀਏ ਕਰਾਰ ਦੇ ਚੁੱਕੇ ਨੇ। ਤੇ ਆ ਜਿਹੜਾ ਹੁਣ ਉਹਨਾਂ ਨੇ ਕੀਤਾ ਵਾ, ਇਸ ਤੋਂ ਸਪਸ਼ਟ ਹੋ ਗਿਆ ਕਿ ਉਹ ਸਿੱਖ ਨਹੀਂ, ਉਹ ਸਿੱਖਾਂ ਦੇ ਦੁਸ਼ਮਣ ਨੇ। ਤੇ ਉਹਦੇ ਵਾਸਤੇ ਅਗਲੀ ਐਕਸ਼ਨ ਪਲਾਨ ਲਿਖਣੀ ਚਾਹੀਦੀ ਹੈ। ਜਿਹੜਾ ਮੇਰਾ ਵਿਚਾਰ ਇਹ ਆ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਗੁਰਦੁਆਰਾ ਪ੍ਰਬੰਧ ਨੂੰ ਆਜ਼ਾਦ ਕਰਾਉਣ ਵਾਸਤੇ ਉਸੇ ਤਰ੍ਹਾਂ ਹੀ ਖਾਲਸਾ ਪੰਥ ਜਥੇ ਲੈ ਕੇ ਜਾਏ। ਜਿਵੇਂ ਨਨਕਾਣਾ ਸਾਹਿਬ ਜਾਂਦਾ ਸੀ, ਪੰਜਾ ਸਾਹਿਬ ਜਾਂਦਾ ਸੀ, ਤੇ ਉਦੋਂ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਾਏ ਸੀ, ਇਹਨਾਂ ਤੋਂ ਗੁਰਦੁਆਰੇ ਆਜ਼ਾਦ ਕਰਾਏ ਜਾਣ। ਇਹ ਮੇਰਾ ਜਾਤੀ ਵਿਚਾਰ ਆ। ਅੱਗੇ ਪੰਥ ਇਹਨੂੰ ਪ੍ਰਵਾਨ ਕਰਦਾ, ਪਰ ਮੇਰਾ ਇਹ ਵੀ ਮੰਨਣਾ ਵਾ ਕਿ ਇਸ ਤੋਂ ਬਿਨਾਂ ਕੋਈ ਗੁਜ਼ਾਰਾ ਨਹੀਂ। ਜਿਹੜਾ ਇਲੈਕਸ਼ਨ ਸਿਸਟਮ ਆ ਉਹ ਤੇ ਪਿਛਲੇ ਅਸੀਂ 75 ਸਾਲਾਂ ਤੋਂ ਵੇਖਣ ਰਹੇ ਆ। ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬਾਦਲ ਦਲ ਦੇ ਵਿਰੋਧੀ ਸਨ, ਜਿਹੜੇ ਪਹਿਲਾਂ ਵਿਰੋਧੀ ਸਨ, ਉਹਨਾਂ ਦਾ ਵਿਰੋਧ ਕਰਦੇ ਸੀ, ਜਦੋਂ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣ ਗਏ, ਉਹਨਾਂ ਵਿੱਚੋਂ ਬਹੁਤ ਸਾਰੇ 25-26 ਜਿਹੜੇ ਆ ਮੈਂਬਰ ਬਣੇ ਆ, ਉਹਨਾਂ ਦਾ ਰੁਪਈਆ ਵੀ ਇਹਨਾਂ ਵਰਗਾ ਹੀ ਹੋ ਗਿਆ, ਕੋਈ ਫਰਕ ਨਹੀਂ ਰਹਿ ਗਿਆ। ਇਸ ਕਰਕੇ ਖਾਲਸਾ ਪੰਥ ਨੂੰ ਆਪਣੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਖਾਲਸਾਈ ਸਿਧਾਂਤਾਂ ਅਨੁਸਾਰ, ਗੁਰਮਤਿ ਜੁਗਤ ਅਨੁਸਾਰ ਕਰਨ ਵਾਸਤੇ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ, ਧਰਮ ਦੇ ਬੋਲਬਾਲੇ ਤੇ ਸਰਬੱਤ ਦੇ ਭਲੇ ਲਈ ਤਾਂ ਹੀ ਕੁਝ ਕੀਤਾ ਜਾ ਸਕਦਾ ਵਾ। ਜੇਕਰ ਗੁਰਦੁਆਰਾ ਪ੍ਰਬੰਧ ਆ ਜਿਹੜਾ ਉਹ ਪੰਥ ਪ੍ਰਵਾਨਿਤ ਯੋਗ ਸ਼ਖਸੀਅਤਾਂ ਦੇ ਹੱਥ ਵਿੱਚ ਹੋਵੇ। ਸਭ 100 ਸਾਲ ਹੋ ਗਏ ਆ, 100 ਸਾਲ ਬਾਅਦ ਫੇਰ ਲੱਗਦਾ ਤੁਹਾਨੂੰ ਆਜ਼ਾਦ ਕਰਾਉਣ ਦੀ ਨੌਬਤ ਆ ਗਈ ਆ। ਪਹਿਲਾਂ ਵੀ 100 ਸਾਲ ਪਹਿਲਾਂ ਸ਼ਤਾਬਦੀ ਮਨਾਈ ਜਾ ਰਹੀ ਹੈ। ਵੇਖੋ, ਸ਼ਤਾਬਦੀ ਤੇ ਇਹਨਾਂ ਨੇ ਪਲੀਤ ਕਰ ਦਿੱਤੀ। ਸ਼ਤਾਬਦੀ ਮਨਾਉਣ ਦਾ ਮਤਲਬ ਹੁੰਦਾ ਕਿ ਅਸੀਂ ਬਹੁਤ ਵੱਡੀ ਪ੍ਰਾਪਤੀ ਕਰ ਲਈ ਆ 100 ਸਾਲ ਦੇ ਵਿੱਚ।
ਤੇ 100 ਸਾਲ 'ਚ ਕੀਤਾ ਕੀ, ਅਖੀਰ ਦੇ ਉੱਤੇ ਸਿੰਘਾਂ ਦੇ ਕਕਾਰਾਂ ਦੀ ਬੇਅਦਬੀ ਕੇਸਾਂ ਤੋਂ ਫੜ ਕੇ ਧੂਇਆ। ਬੀਬੀਆਂ ਨੂੰ ਵੀ ਬੰਦਿਆਂ ਨੇ, ਜਿਹੜੇ ਅਧਿਕਾਰੀ ਨੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਤੇ ਅਹੁਦੇਦਾਰ ਨੇ, ਉਹਨਾਂ ਨੇ ਚਪੇੜਾਂ ਮਾਰੀਆਂ, ਮਾਰਿਆ ਕੁੱਟਿਆ, ਗਾਲਾਂ ਕੱਢੀਆਂ। ਇਹ ਕੀ ਇਹ ਸਿੱਖੀ ਆ? ਇਹ ਸਿੱਖੀ ਸਰੂਪ ਆਪਣਾ ਗਵਾ ਚੁੱਕੇ ਆ। ਇਹ ਸਿੱਖ ਦੁਸ਼ਮਣਾਂ ਵਾਲਾ ਚਿਹਰਾ ਇਹਨਾਂ ਨੇ ਪੇਸ਼ ਕਰ ਦਿੱਤਾ। ਇਸ ਕਰਕੇ ਜਿਹੜੀ ਸ਼ਤਾਬਦੀ ਦੇ ਜਿਹੜੀ ਖਾਲਸਾਈ ਜਲਾਓ ਦੇ ਨਾਲ ਮਨਾਈ ਜਾਣੀ ਸੀ, ਉਹਦੇ ਉੱਤੇ ਇਹਨਾਂ ਨੇ ਵੱਡਾ ਧੱਬਾ ਲਾਤਾ। ਖਾਲਸਾ ਪੰਥ ਉਹ ਸ਼ਤਾਬਦੀ ਵਾਲੇ ਦਿਨ ਇੱਕ ਪ੍ਰੋਗਰਾਮ ਦੇਣਾ ਚਾਹੀਦਾ ਵਾ, ਔਰ ਉਹਦੇ ਵਾਸਤੇ ਮੇਰੀ ਸਾਰੀਆਂ ਹੀ ਪੰਥ ਦੀਆਂ ਨੁਮਾਇੰਦਾ ਜਥੇਬੰਦੀਆਂ ਨੂੰ ਅਪੀਲ ਆ ਕਿ ਇੱਕ ਮੀਟਿੰਗ ਕਰਕੇ ਉਹਦੇ ਵਿੱਚ ਖਾਲਸੇ ਸੁਰਨ ਅਨੁਸਾਰ ਫੈਸਲਾ ਕੀਤਾ ਜਾਏ ਤੇ ਅਗਲਾ ਕਦਮ ਲਿਖਿਆ ਜਾਏ। ਕੀ ਲੱਗਦਾ ਤੁਹਾਨੂੰ ਸਾਰੀਆਂ ਪੰਥਕ ਜਥੇਬੰਦੀਆਂ ਇਕੱਠੀਆਂ ਬੈਠਣਗੀਆਂ? ਵੇਖੋ, ਜਿਹੜੀਆਂ ਪੰਥ ਨੂੰ ਸਮਰਪਿਤ ਨੇ ਉਹ ਇਥੋਂ ਨਾ ਨਹੀਂ ਕਰ ਸਕਦੀਆਂ, ਜਿਹੜੀਆਂ ਨਾ ਕਰਨਗੀਆਂ ਉਹ ਪੰਥ ਨੂੰ ਸਮਰਪਿਤ ਨਹੀਂ। ਬਸ ਇਹੀ ਮਸਲਾ ਵਾ। ਕੀ ਅਗਲੀ ਰਣਨੀਤੀ ਕਿਹੋ ਜਿਹੀ ਹੋ ਸਕਦੀ ਤੁਹਾਨੂੰ ਕੀ ਲੱਗਦਾ? ਵੇਖੋ, ਅਗਲੀ ਰਣਨੀਤੀ ਤੇ ਦੋ ਨਕਾਤੀ ਹੋਏਗੀ। ਇੱਕ ਹੈਗਾ ਕਿ ਸ਼੍ਰੋਮਣੀ ਕਮੇਟੀ ਜਿਹੜੀ ਇਲੈਕਸ਼ਨ ਸਿਸਟਮ ਆ ਭਈ ਉਹਦੇ ਵਿੱਚ ਕਿਵੇਂ ਇਹਨਾਂ ਕੋ ਖੋਣੀ, ਤੇ ਦੂਜਾ ਜਿਵੇਂ ਮਹੰਤਾਂ ਦੇ ਕੋਲੋਂ ਗੁਰਦੁਆਰੇ ਆਜ਼ਾਦ ਕਰਾਏ, ਇਹ ਵਰਤਮਾਨ ਮਹੰਤ ਨੇ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਜਿਹੜੀ ਕੇਂਦਰ ਸਰਕਾਰ ਨੇ ਕਰਾਉਣੀ ਆ, ਬੇਸ਼ੱਕ ਇਲੈਕਸ਼ਨ ਕਮਿਸ਼ਨ ਜਿਹੜਾ ਨਿਯੁਕਤ ਕਰ ਦਿੱਤਾ, ਅਗਲੀ ਕਾਰਵਾਈ ਅਜੇ ਕੋਈ ਸ਼ੁਰੂ ਨਹੀਂ ਹੋਈ, ਉਹ ਲੰਮਾ ਸਮਾਂ ਲਮਕ ਵੀ ਸਕਦੀ ਆ। ਤੇ ਜੇ ਉਹ ਲਮਕ ਗਈ ਤਾਂ ਕੀ ਅਸੀਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜੀ ਆਪਣੀ ਮਿਆਦ ਤੋਂ ਕਈ ਸਾਲ ਜ਼ਿਆਦਾ ਜਿਹੜੀ ਕਬਜ਼ਾ ਜਮਾਈ ਬੈਠੀ ਹੈ, ਇਹਦੇ ਤੋਂ ਗੁਰਦੁਆਰੇ ਆਜ਼ਾਦ ਨਹੀਂ ਕਰਾਵਾਂਗੇ? ਸਾਨੂੰ ਆਜ਼ਾਦ ਕਰਾਉਣੇ ਪੈਣਗੇ। ਜੇ ਨਹੀਂ ਆਜ਼ਾਦ ਕਰਾਵਾਂਗੇ ਤਾਂ ਅਸੀਂ ਵੀ ਇਤਿਹਾਸ ਦੇ ਕਟਹਿਰੇ ਵਿੱਚ ਉਸੇ ਤਰ੍ਹਾਂ ਹੀ ਖੜੇ ਹੋਵਾਂਗੇ। ਸੀਗਾ ਉਸ ਤੋਂ ਬਾਅਦ ਕਾਫੀ ਜੋ ਇੱਕ ਵੱਖਰਾ ਚਿਹਰਾ ਵੇਖਣ ਨੂੰ ਮਿਲਿਆ ਸ਼੍ਰੋਮਣੀ ਕਮੇਟੀ ਦਾ। ਅੱਜ ਫਿਰ ਪ੍ਰੋਟੈਸਟ ਕਰ ਰਹੇ ਹੋ, ਕੀ ਕਹਿਣਾ ਚਾਹੋਗੇ ਅੱਜ? ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਆਪ ਜੀ ਜਾਣਦੇ ਹੀ ਹੋ ਕਿ ਲਗਾਤਾਰ ਜਿਹੜਾ ਮੋਰਚਾ ਜਾਰੀ ਸੀਗਾ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਮੋਰਚੇ ਨੂੰ ਤਾਰ-ਪੀੜ ਕਰਨ ਦੇ ਵਾਸਤੇ ਅਚਾਨਕ ਉੱਥੇ ਆ ਕਰਕੇ ਜਿਹੜਾ ਹਮਲਾ ਕੀਤਾ ਗਿਆ, ਜਿਹਦਾ ਉਹਨਾਂ ਨੇ ਕਾਰਨ ਬਣਾਇਆ ਕਿ ਭਾਈ ਸੁਖਜੀਤ ਸਿੰਘ ਖੋਸੇ ਦੇ ਵੱਲੋਂ ਗੇਟ ਬੰਦ ਕਰ ਦਿੱਤਾ ਗਿਆ ਵਾ, ਸਾਡੇ ਗੇਟ ਨੂੰ ਜਿੰਦਰਾ ਮਾਰਿਆ, ਜਾਂ ਹੁਣ ਉਹਨਾਂ ਦੇ ਵੱਲੋਂ ਹੋਰ ਵੀਡੀਓ ਜਾਰੀ ਕੀਤੀਆਂ ਗਈਆਂ ਨੇ ਜਿਸ 'ਚ ਉਹਨਾਂ ਨੇ ਕਿਹਾ ਕਿ ਸਾਡੀ ਮਰਿਆਦਾ ਨੂੰ ਜਿਹੜੀ ਉਹ ਢਾਹ ਲਾਉਂਦੇ ਸੀ ਸੁਖਜੀਤ ਸਿੰਘ ਖੋਸਾ ਜੀ। ਪਰ ਇੱਥੇ ਪੁਆਇੰਟ ਇਹ ਆ ਵੀ ਜੇ ਸੁਖਜੀਤ ਸਿੰਘ ਖੋਸਾ ਦੇ ਵੱਲੋਂ ਕੁਝ ਕੀਤਾ ਜਾ ਰਿਹਾ ਸੀ, ਜਿਹੜਾ ਕਿ ਮੋਰਚੇ ਦੇ ਵੱਲੋਂ ਜਿਹੜੀ 6 ਮੈਂਬਰੀ ਸੀਗੀ ਉਹਨਾਂ ਵੱਲੋਂ ਵੀ ਸਪਸ਼ਟ ਕੀਤਾ ਗਿਆ ਸੀ ਵੀ ਜੇ ਖੋਸਾ ਇਹਨੇ ਜਿੰਦਰਾ ਮਾਰਿਆ ਵਾ ਉਹ ਉਹਨਾਂ ਦਾ ਪਰਸਨਲ ਹੋ ਸਕਦਾ, ਮੋਰਚੇ ਵੱਲੋਂ ਨਹੀਂ ਮਾਰਿਆ ਗਿਆ। ਪਰ ਉਸ ਦੇ ਬਾਵਜੂਦ ਉਹਨੇ ਉਸ ਚੀਜ਼ ਨੂੰ ਇਸ਼ੂ ਬਣਾ ਕਰਕੇ, ਬਹਾਨਾ ਬਣਾ ਕਰਕੇ ਆ ਕੇ ਤੇ ਉਹਨਾਂ ਨੇ ਮੋਰਚੇ ਨੂੰ ਤਾਰੋ ਪਿੰਡੋ ਕੀਤਾ। ਤੁਸੀਂ ਜਾਣਦੇ ਹੋ ਕਿੱਦਾਂ ਕੁੱਟਮਾਰ ਸਿੰਘਾਂ ਦੇ ਨਾਲ ਹੋਈ, ਭੈਣਾਂ ਬੀਬੀਆਂ ਦੇ ਨਾਲ ਹੋਈ, ਸੱਟਾਂ ਲੱਗੀਆਂ ਨੇ। ਸੋ ਉਹ ਸਾਰਾ ਵਰਤਾਰਾ ਜਿਹੜਾ ਬੜਾ ਮੰਦਭਾਗਾ ਸੀਗਾ, ਤੇ ਜਿਹੜਾ ਜਵਾਬ ਉਹਨਾਂ ਕੋਲੋਂ ਮੰਗਿਆ ਜਾ ਰਿਹਾ ਸੀਗਾ ਉਹ ਜਵਾਬ ਹਜੇ ਤੱਕ ਵੀ ਕੌਮ ਨੂੰ ਦਿੱਤਾ ਨਹੀਂ ਗਿਆ, ਤੇ ਕੌਮ ਮੰਗ ਰਹੀ ਹੈ ਜਵਾਬ ਅਜੇ ਤੱਕ। ਲੇਕਿਨ ਲਗਾਤਾਰ ਸ਼੍ਰੋਮਣੀ ਕਮੇਟੀ ਵੱਲੋਂ ਵੀ ਕਿਹਾ ਜਾ ਰਿਹਾ ਕਿ ਪ੍ਰੋਟੈਸਟ ਨਹੀਂ ਕਰਨ ਦਿੱਤਾ ਜਾਵੇਗਾ ਹੁਣ ਜਿੱਦਾਂ ਮਰਜ਼ੀ। ਕਿਆ ਲੱਗਦਾ ਕਿ ਨਿੱਜੀ ਜਾਇਦਾਦ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਨਹੀਂ, ਚਲੋ ਜੇ ਪ੍ਰੋਟੈਸਟ ਨਹੀਂ ਕਰ ਦਿੱਤਾ ਜਾਵੇਗਾ ਤੇ ਉਹ ਤੇ ਆਪਾਂ ਸਮਝਦੇ ਹਾਂ ਵੀ ਜਦੋਂ ਜਿਹਦਾ ਰਾਜ ਭਾਗ ਹੋਵੇ ਤੇ ਉਹ ਆਪਣੇ ਰਾਜ ਭਾਗ ਦਾ ਦਬਦਬਾ ਦਿਖਾਉਂਦਾ ਹੁੰਦਾ ਵਾ, ਠੀਕ ਆ, ਉੱਥੇ ਪ੍ਰੋਟੈਸਟ ਨਹੀਂ ਕਰ ਸਕਦੇ, ਪਰ ਆਵਾਜ਼ ਤਾਂ ਕਿਤੇ ਵੀ ਖੜ ਕੇ ਚੱਕ ਸਕਦੇ ਆ ਨਾ ਜੀ। ਸਵਾਲ ਤਾਂ ਕੌਮ ਉੱਥੇ ਖੜ ਕੇ ਕਰ ਰਹੀ ਹੈ, ਘਰੋਂ ਜਿਹੜੇ ਆਪਣੇ ਘਰੋਂ ਵੀ ਸਵਾਲ ਕਰ ਸਕਦੇ ਲੋਕ, ਤਾਂ ਹਰ ਜਗ੍ਹਾ ਤੋਂ ਸਵਾਲ ਹੋ ਸਕਦੇ ਨੇ, ਸਵਾਲ ਹੋ ਰਹੇ ਨੇ। ਲੇਕਿਨ ਜੇ ਅਗਰ ਗੱਲ ਕੀਤੀ ਜਾਵੇ, ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਘਰ ਦੇ ਬਾਹਰ ਵੀ ਕਾਫੀ ਬੋਰਡ ਲੱਗੇ ਨੇ ਜਿਹਨਾਂ ਵਿੱਚ ਉਹਨਾਂ ਗੱਦਾਰ ਤੱਕ ਕਹਿ ਦਿੱਤਾ ਗਿਆ। ਕਿਆ ਸਮਝਦੇ ਕਿ ਸਿੱਖਾਂ ਦਾ ਜਿਹੜਾ ਰੋਹ ਆ ਹੁਣ ਜਾਗਣਾ ਸ਼ੁਰੂ ਹੋ ਗਿਆ? ਸੁਭਾਵਿਕ ਤੌਰ ਤੇ ਰੋਸ ਜਾਗ ਰਿਹਾ, ਕੋਈ ਸ਼ੱਕ ਨਹੀਂ ਹੈਗਾ। ਜਿਹੜੀ ਮੰਗ ਸਿੱਖਾਂ ਦੀ ਹੈ ਉਹ ਮੰਗ ਬਿਲਕੁਲ ਜਿਹੜੀ ਜਾਇਜ਼ ਆ, ਕਿਉਂਕਿ ਜਦੋਂ ਤੁਸੀਂ ਸਿਸਟਮ ਚਲਾਉਂਦੇ ਹੋ ਤੇ ਸਿਸਟਮ ਦੇ ਵਿੱਚ ਜੇਕਰ ਤੁਹਾਡੇ 'ਚ ਘਾਟਾਂ ਨੇ, ਖਾਮੀਆਂ ਨੇ, ਤੇ ਉਹਨਾਂ ਨੂੰ ਦੂਰ ਵੀ ਤੁਸੀਂ ਕਰਨਾ ਨਾ। ਤੇ ਜੇਕਰ ਤੁਹਾਡੇ ਵੱਲੋਂ ਉਹ ਸਿਸਟਮ 'ਚ ਖਾਮੀਆਂ ਦੂਰ ਨਹੀਂ ਕੀਤੀਆਂ ਜਾ ਰਹੀਆਂ ਤੇ ਤੁਹਾਨੂੰ ਕੋਈ ਸਵਾਲ ਕਰਦਾ ਵਾ ਤੇ ਇਹਦਾ ਮਤਲਬ ਤੁਸੀਂ ਡਾਂਗਾਂ ਨਾਲ ਕੁੱਟੋਗੇ ਸਵਾਲ ਦਾ ਜਵਾਬ ਦੇਣ ਦੀ ਜਗ੍ਹਾ 'ਤੇ। ਸੋ ਇਹ ਕਿਤੇ ਨਾ ਕਿਤੇ ਜਿਹੜਾ ਸੀਗਾ ਇਹ ਮੰਦਭਾਗਾ ਸੀ, ਜਿਹਦਾ ਨੁਕਸਾਨ ਜਿਹੜਾ ਵਾ ਸਾਨੂੰ ਇਹ ਲੱਗਦਾ ਕਿ ਮੈਂ ਇੱਕ ਸਿੱਖ ਹੋਣ ਦੇ ਨਾਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਸਿੱਖ ਕੌਮ ਦੀ ਸਰਮੌਰ ਸੰਸਥਾ, ਇਹਨਾਂ ਦੇ ਕੁਝ ਲੋਕਾਂ ਦੇ ਗਲਤ ਫੈਸਲਿਆਂ ਦੇ ਕਰਕੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਢਾਹ ਲੱਗ ਰਹੀ ਆ, ਉਹਦੇ ਐਕਸ਼ਨ ਨੂੰ ਢਾਹ ਲੱਗ ਰਹੀ ਆ। ਤੇ ਤੁਹਾਡੇ ਖਿਲਾਫ ਸਾਰਿਆਂ ਦੇ ਮਾਮਲੇ ਦਰਜ ਕਰ ਦਿੱਤੇ ਗਏ, ਤੁਸੀਂ ਸ਼ਾਂਤੀਪੂਰਵਕ ਜਿਹੜਾ ਸੀਗਾ ਪ੍ਰੋਟੈਸਟ ਕਰ ਰਹੇ ਸੀਗੇ, ਕਾਫੀ ਧਾਰਾਵਾਂ ਜਿਹੜੀਆਂ ਲੱਗੀਆਂ ਨੇ, ਕੀ ਕਹਿਣਾ ਚਾਹੋਗੇ? ਹਾਂ, ਪਤਾ ਲੱਗਾ ਵਾ ਕਿ 307 ਦੀਆਂ ਧਾਰਾਵਾਂ 452 ਵਰਗਾ ਲਾ ਕੇ ਮੋਰਚੇ ਦੇ 50-60 ਤਕਰੀਬਨ ਸਿੰਘਾਂ ਸਿੰਘਣੀਆਂ ਦੇ ਉੱਤੇ ਪਰਚੇ ਦਰਜ ਹੋਏ ਨੇ। ਤੇ ਰਾਤ ਵੈਸੇ ਕਿਉਂਕਿ ਅਸੀਂ ਵੀ ਪ੍ਰਸ਼ਾਸਨ ਨੂੰ ਦਿੱਤਾ ਸੀਗਾ ਮੰਗ ਪੱਤਰ ਤੇ ਸਿੰਘਾਂ ਦੇ ਮੈਡੀਕਲ ਕਰਾ ਕੇ ਦਿੱਤੇ ਸਨ,
ਉਹਨਾਂ ਦੇ ਉੱਪਰ ਵੀ ਪਤਾ ਲੱਗਾ ਕਿ ਰਾਤ ਕ੍ਰਾਸ ਪਰਚੇ ਹੋਏ ਨੇ। ਧਾਰਾਵਾਂ ਸਾਨੂੰ ਸਪਸ਼ਟ ਨਹੀਂ ਹੋਈਆਂ ਅਜੇ, ਪਰ ਕ੍ਰਾਸ ਪਰਚੇ ਉਹਨਾਂ ਦੇ ਉੱਪਰ ਵੀ ਜਿਹੜੇ ਨੇ ਉਹ ਹੋਏ ਨੇ। ਲਾਸਟ ਕੁਐਸਚਨ ਹੈ ਜੀ, ਉਹ ਕਹਿੰਦੇ ਜੀ ਕਿ ਸਰਕਾਰ ਦੇ ਸ਼ਹਿ ਤੇ ਸਭ ਕੁਝ ਹੋ ਰਿਹਾ ਸੀਗਾ। ਵੇਖੋ, ਅਸੀਂ ਸ਼ੁਰੂ ਵਾਲੇ ਦਿਨ ਤੋਂ ਹੀ ਤੇ ਐਂਡ ਵਾਲੇ ਦਿਨ ਤੱਕ ਕਹਿੰਦੇ ਰਹੇ ਹਾਂ ਕਿ ਜੇਕਰ ਕੋਈ ਵੀ ਇਹ ਸਾਬਤ ਕਰਦੇ ਕਿ ਇਹ ਮੋਰਚੇ ਦੇ ਵਿੱਚ ਕਾਂਗਰਸ ਦੀ 0% ਵੀ ਕਿਸੇ ਤਰ੍ਹਾਂ ਦੀ ਕੋਈ ਸ਼ਮੂਲੀਅਤ ਸੀ, ਅਸੀਂ ਆਪ ਉਸ ਬੰਦੇ ਦਾ ਜਲੂਸ ਕੱਢਾਂਗੇ, ਚਾਹੇ ਉਹ ਮੈਂ ਵੀ ਕਿਉਂ ਨਹੀਂ ਸੀਗਾ ਜਾਂ ਉਹ ਸਾਡੀ ਮੈਂਬਰੀ ਕਿਉਂ ਨਹੀਂ ਸੀਗੀ। ਇਹ ਬਿਲਕੁਲ ਅਫਵਾਹਾਂ ਹੁੰਦੀਆਂ ਨੇ। ਇਹ ਤਾਂ ਤੁਹਾਨੂੰ ਪਤਾ, ਜਦੋਂ ਕਿਸੇ ਚੀਜ਼ ਨੂੰ ਕਰਨਾ ਹੋਵੇ ਤੇ ਉਹ ਕੀਤੀਆਂ ਜਾਂਦੀਆਂ। ਹੁਣ ਜਿਵੇਂ ਕਈ ਵੀਡੀਓ ਜਾਰੀ ਕੀਤੀਆਂ ਗਈਆਂ ਨੇ ਜਿਹੜੀਆਂ ਕਿ ਸੁਖਜੀਤ ਸਿੰਘ ਖੋਸੇ ਦੀ ਇੱਕ ਵੀਡੀਓ ਨੇ ਜਾਰੀ ਕੀਤੀ ਕਿ ਨਸ਼ਾ ਕੀਤਾ ਸੀ। ਉਹ ਤਾਂ ਸਾਰੇ ਆਪਾਂ ਜਾਣਦੇ ਹਾਂ ਕਿ ਇਦਾਂ ਦਾ ਨਹੀਂ ਹੁੰਦਾ। ਇੱਕ ਬਾਣੇ ਵਾਲਾ ਸਿੰਘ ਕੋਈ ਸ਼ਰਾਬ ਪੀ ਕੇ ਗੁਰੂ ਘਰ ਦੇ ਵਿੱਚ ਜੇ ਕੋਈ ਤੁਰਿਆ ਫਿਰਦਾ ਸੀ, ਫਿਰ ਤੁਸੀਂ ਕਿੱਥੇ ਸੀ? ਸੋ ਮੈਨੂੰ ਇਹ ਲੱਗਦਾ ਕਿ ਉਹਨਾਂ ਵੱਲੋਂ ਜਿਹੜੀਆਂ ਹੁਣ ਵੀਡੀਓ ਜਾਰੀ ਕੀਤੀਆਂ ਗਈਆਂ ਨੇ, ਉਹ ਭਾਈ ਸੁਖਜੀਤ ਸਿੰਘ ਖੋਸੇ ਜੇਕਰ ਉਹਨਾਂ ਦੀ ਕਿਸੇ ਮਰਿਆਦਾ 'ਚ ਜਾ ਕੇ ਭੰਗ ਪਾਉਂਦੇ ਸੀ, ਅੜਚਨ ਪਾਉਂਦੇ ਸੀ, ਤੇ ਉਹਨਾਂ ਨੇ ਕਰਨ ਕਿਉਂ ਦਿੱਤਾ? ਉਹਨਾਂ ਨੇ ਬਹਾਨਾ ਕਿਉਂ ਬਣ ਦਿੱਤਾ? ਦਾ ਮਤਲਬ ਉਹਨਾਂ ਨੇ ਮਾਹੌਲ ਕ੍ਰੀਏਟ ਹੋਣ ਦਿੱਤਾ ਕਿ ਬਾਅਦ ਦੇ ਵਿੱਚ ਅਸੀਂ ਇਹ ਚੀਜ਼ ਬਹਾਨਾ ਬਣਾ ਲਾਂਗੇ। ਤੇ ਉਹਨਾਂ ਨੇ ਮੈਨੂੰ ਲੱਗਦਾ ਵੀ ਉਸ ਚੀਜ਼ ਨੂੰ ਪਹਿਲਾਂ ਹਵਾ ਦਿੱਤੀ ਤੇ ਬਾਅਦ 'ਚ ਉਹ ਬਹਾਨਾ ਬਣਾ ਕੇ ਮੋਰਚੇ ਨੂੰ ਫੇਲ ਕੀਤਾ। ਨਹੀਂ, ਜਿਹੜਾ ਬੁੱਤਾਂ ਵਾਲਾ ਮਸਲਾ ਸੀਗਾ ਉਹ ਤਾਂ ਆਪਣਾ ਸਰਕਾਰ ਨਾਲ ਸੀ ਵੈਸੇ ਤਾਂ, ਕਿਉਂਕਿ ਪ੍ਰਸ਼ਾਸਨ ਦਾ ਸਿਸਟਮ ਸੀ। ਪਰ ਕੀ ਇੱਦਾਂ ਨੇ, ਜਦੋਂ ਕੋਈ ਵੀ ਮਸਲਾ ਕੌਮ ਦੇ ਵਿੱਚ ਉੱਠਦਾ ਵਾ, ਉਹ ਅੰਜਾਮ ਤੱਕ ਜ਼ਰੂਰ ਪਹੁੰਚਦਾ ਵਾ। ਸੰਘਰਸ਼ ਕੋਈ ਵੀ ਅੰਜਾਮ ਤੱਕ ਪਹੁੰਚਦਾ ਹੁੰਦਾ, ਸਮੇਂ ਲੱਗ ਜਾਂਦੇ ਨੇ ਸੰਘਰਸ਼ਾਂ ਨੂੰ, ਸੰਘਰਸ਼ ਲੰਮੇ ਚੱਲ ਜਾਂਦੇ ਨੇ, ਪਰ ਅੰਜਾਮ ਤੱਕ ਪਹੁੰਚਦੇ ਜ਼ਰੂਰ ਨੇ ਜੇ ਅਸੀਂ ਨੀਤ ਸਾਫ਼ ਨਾਲ ਚੱਲਦੇ ਰਹੀਏ ਤੇ।